सो +1 क्लास उम्मीद है कि तुसीं उस वीडियो ਨੂੰ ਸੁਣ ਲਿਆ ਹੋਏਗਾ ਜਿਹਦੇ ਵਿੱਚ ਤੁਹਾਨੂੰ ਕੀ ਸਮਝਾਇਆ ਗਿਆ। 2 ਸਿਸਟਮ ਕਿੰਗਡਮ ਆਫ ਕਲਾਸੀਫਿਕੇਸ਼ਨ, ਕਿੰਗਡਮ ਪਲਾਂਟੀ ਤੇ ਕਿੰਗਡਮ ਐਨੀਮੀਲੀਆ ਦੇ ਜੋ ਕਰੈਕਟਰਿਸਟਿਕਸ ਹੈਗੇ ਆ ਉਹਨਾਂ ਦਾ ਕੰਪੈਰੀਜ਼ਨ ਜਿਹੜਾ ਹੈਗਾ ਤੁਹਾਨੂੰ ਦੱਸਿਆ ਗਿਆ ਹੈ ਨਾ, ਜਿਹਦੇ 'ਚ ਨੀਅਰ ਅਬਾਊਟ ਵੀ ਹੈਵ ਸਟੱਡੀਡ 9th ਔਰ 10th ਕਰੈਕਟਰਿਸਟਿਕਸ ओके ऑफ प्लांट्स एंड एनीमल्स। ठीक है जी, हुण आ गया शॉर्ट कमिंग्स ऑफ 2 किंगडम सिस्टम जिहड़ा मैं पहला चार्ट भेजे सी है ना। सो उहदे च तुहानूं फिर 5 किंगडम के बारे च दस्सिया होया। इहदा मतलब कि 2 किंगडम सिस्टम दे विच कुछ कमियां सी कि 5 किंगडम सिस्टम आया। ठीक, सो अज तक मैं तुहानूं चार्ट नहीं भेजे सी, फिर मैं कल क्योंकि बच्चों ने एक दो बच्चे कह रहे थे कि हजे साढ़े पिछले चार्ट पेंडिंग है, पर नालों नाल कंप्लीट करया करो, काम नूं अगे तो अगे ना पाओ। ठीक है जी, नवीं क्लास है, नवा सबजैक्ट है ਤਾਂ होना। ठीक है जी, सो नालों नाल काम नूं कंप्लीट करते रहा करो। सो हुण जिन्हां दा काम हजे तक कंप्लीट नहीं है वो चार्ट कंप्लीट करन तो पहलां क्वेश्चन आंसरस जिहड़े हैगे आ उन्हां नूं पहलां कंप्लीट करन, चार्ट्स फिर हौली हौली करते रहो। ओके, सो मैं ये टॉपिक करवा देना, ये चार्ट मैं तुहानूं बाद दे विच पाऊँगी। ठीक है, सो बना लेना। शॉर्ट कमिंग्स ਦੇ ਵਿੱਚ ਹੁਣ ਕੀ ਹੈ, ਕਲਾਸੀਫਾਈ ਤਾਂ ਕੀਤਾ ਜਾਂਦਾ ਆਰਗੇਨਿਜ਼ਮਸ ਨੂੰ ਹੈ ਨਾ, ਕਾਫੀ ਲੰਬੇ ਸਮੇਂ ਤੋਂ ਮਾਰਕੀਟ ਕਰ ਦਿੱਤਾ ਵੀ ਇਹ ਪਲਾਂਟਸ ਹੈ ਪਰ ਐਨੀਮਲਸ ਹੈ, ਬਟ ठीक है। सो हायर ठीक है ਜਿਹੜੇ ਕੁਛ ਪਲਾਂਟਸ ਹੁੰਦੇ ਆ ਜਾਂ ਫੈਮੀਲੀਅਰ ਪਲਾਂਟਸ ਐਂਡ ਐਨੀਮਲਸ ਹੁੰਦੇ ਆ ਉਹਨਾਂ ਨੂੰ ਤਾਂ ਡਿਸਟਿੰਗੁਇਸ਼ ਕਰ ਲਿਆ ਜਾਂਦਾ। ਟਰੀ ਦੇਖ ਕੇ ਕਹਿ ਦਿੱਤਾ ਜਾਂਦਾ ਕਿ ਇਹ ਟਰੀ ਹੈ। ਇੱਕ ਮੋਸ ਪਲਾਂਟਸ ਵੀ ਹੁੰਦੇ ਆ, ਠੀਕ ਹੈ, ਦੱਸਾਂਗੇ ਬਾਅਦ ਦੇ ਵਿੱਚ ਤੁਹਾਨੂੰ। ਕਾਓ ਨੂੰ ਦੇਖ ਕੇ ਕਹਿ ਸਕਦੇ ਹਾਂ ਕਿ ਇਹ ਗਾਂ ਹੁੰਦੀ ਹੈ, ਗਰਾਸ ਹੋਪਰ ਨੂੰ ਦੇਖ ਕੇ ਕਹਿ ਸਕਦੇ ਹਾਂ ਕਿ ਵੀ ਇਹ ਐਨੀਮਲ ਹੁੰਦਾ। ਠੀਕ, ਪਰ ਕੁਛ ਲੋਅਰ ਆਰਗੇਨਿਜ਼ਮਸ ਹੁੰਦੇ ਆ ਜਿਨ੍ਹਾਂ ਦੇ ਬਾਰੇ 'ਚ ਪਤਾ ਹੀ ਨਹੀਂ ਲੱਗ ਪਾਉਂਦਾ ਵੀ ਉਹ ਪਲਾਂਟਸ ਹੈ ਕਿ ਐਨੀਮਲਸ ਹੈ। ਉਹਨਾਂ ਦੇ ਵਿੱਚ ਦੋਨੋਂ ਤਰ੍ਹਾਂ ਦੇ ਕਰੈਕਟਰਿਸਟਿਕਸ ਹੁੰਦੇ ਆ, ਪਲਾਂਟਸ ਵਰਗੇ ਵੀ ਅਤੇ ਐਨੀਮਲਸ ਵਰਗੇ ਵੀ, ਜਿਹਦੇ ਵਿੱਚ ਤੁਹਾਡੇ ਕੋਲ ਇੱਥੇ 4 ਐਗਜ਼ਾਮਪਲਸ ਦਿੱਤੀਆਂ ਹੋਈਆਂ ਇਸ ਪਹਿਲੇ ਪੁਆਇੰਟ ਦੇ ਵਿੱਚ। ਠੀਕ ਹੈ, ਵੀ 2 ਕਿੰਗਡਮ ਸਿਸਟਮ ਆਫ ਕਲਾਸੀਫਿਕੇਸ਼ਨ ਦੀ ਪਹਿਲੀ ਕਮੀ ਕੀ ਰਹੀ ਹੈ ਕਿ ਇਹ ਕੁਛ ਆਰਗੇਨਿਜ਼ਮਸ ਦੇ ਬਾਰੇ 'ਚ ਦੱਸ ਹੀ ਨਹੀਂ ਪਾਏ ਕਿ ਉਹ ਪਲਾਂਟਸ ਹੈ ਕਿ ਐਨੀਮਲਸ ਹੈ, ਉਹਨਾਂ ਨੂੰ ਕਿਹੜੀ ਕਿੰਗਡਮ 'ਚ ਰੱਖਣਾ ਹੈ। ਉਹਦੇ 'ਚ ਤੁਹਾਡੇ ਕੋਲ ਸਭ ਤੋਂ ਪਹਿਲਾਂ ਆ ਗਿਆ ਯੂਗਲੀਨਾ। ਓਕੇ, ਸੋ ਯੂਗਲੀਨਾ यूनीसैलूलर ऑर्गेनिज्म है, सिंगल सैल का बनया होया ऑर्गेनिज्म है। ये प्लांट देखो तुसीं हैरान होवोगे, ये प्लांट्स वाले फीचर भी है, ये एनीमल्स वाले फीचर्स भी है। इन्हां दे कोल माउथ हुंदा है, इन्हां दे कोल फ्लैजैला है ना, फ्लैजैला जो है ठीक लोकोमोशन के लिए ऑर्गेनैलीज होंगे हैं लोकोमोशन के लिए है ना। ठीक है, सो फ्लैजैला का स्ट्रक्चर मैं तुहानूं एक बारी इत्थे बैक्टीरिया बने होने आ जिस तरह आ भी फ्लैजैला है। ठीक है, सो बैक्टीरिया सैल दे विच मैं तुहानूं दिखाती हाँ आ फ्लैजैला इस तरह के स्ट्रक्चर प्रेजेंट होंगे। ठीक है, सो तुहानूं अपना एक मैंटल लैवल बहुत ज़्यादा वास्ट करना पैना। हुण +1 की बायो समझण दे लई मैं तुहानूं पहलां भी कई बारी कह चुकी हाँ कि बहुत सारिया टर्म्स ने, बहुत ज़्यादा एक्सप्लेनेशन है। ठीक है जी, सो ਤੁਹਾਨੂੰ ਸਮਝਣਾ ਹੈ ਤੇ ਤੁਹਾਨੂੰ ਬਹੁਤ ਕੁਝ ਸਿੱਖਣਾ ਪੈਣਾ। ਮੈਂ ਦੇਖੋ ਪੜ੍ਹਾ ਰਹੀ ਹਾਂ ਵੀ ਯੂਗਲੀਨਾ ਦੇ ਵਿੱਚ ਪਲਾਂਟਸ ਵਾਲੇ ਕਰੈਕਟਰਿਸਟਿਕਸ ਵੀ, ਐਨੀਮਲ ਵਾਲੇ ਕਰੈਕਟਰਿਸਟਿਕਸ ਵੀ, ਜਿੱਦਾਂ ਕਿ ਉਹਨਾਂ ਦੇ ਕੋਲ ਵੈਕਿਊਲਸ ਹੁੰਦੇ ਆ, ਮਾਊਥ ਹੁੰਦੇ ਆ, ਬੋਡੀ ਨੂੰ ਕੰਟਰੈਕਟ ਕਰਨ ਦੀ ਪਾਵਰ ਹੁੰਦੀ ਹੈ, ਆਪਣੀ ਫਾਰਮ ਚੇਂਜ ਕਰ ਸਕਦੇ ਆ, ਬਾਈਨਰੀ ਫਿਸ਼ਨ ਦੇ ਨਾਲ ਰੀਪਰੋਡਿਊਸ ਕਰ ਸਕਦਾ ਯੂਗਲੀਨਾ। ਉਹਦੇ ਕੋਲ ਸੈੱਲ ਵਾਲ ਨਹੀਂ ਹੁੰਦੀ ਹੈ ਨਾ। ਇਹ ਸਾਰੇ ਜਿਹੜੇ ਕਰੈਕਟਰਿਸਟਿਕ ਫੀਚਰਸ ਹੈਗੇ ਆ, ਠੀਕ ਹੈ, ਸੋ ਇਹ ਕਿਹੜੇ ਹੈ, ਐਨੀਮਲਸ ਵਾਲੇ ਆ। ਪਰ ਯੂਗਲੀਨਾ ਦੀਆਂ ਬਹੁਤ ਸਾਰੀਆਂ ਜਿਹੜੀਆਂ ਸਪੀਸੀਜ਼ ਹੁੰਦੀਆਂ ਉਹਨਾਂ ਦੇ ਕੋਲ ਕਲੋਰੋਫਿਲ ਪਿਗਮੈਂਟਸ ਹੁੰਦੇ ਆ, ਪਾਇਰੀਨੋਇਡਸ, ਇਹ ਵੀ ਫੋਟੋਸਿੰਥਸਿਸ 'ਚ ਹੈਲਪ ਕਰਦੇ ਆ, ਇਹ ਜੋ ਆਰਗੇਨੈਲੀਜ਼ ਹੁੰਦੇ ਆ। ਠੀਕ ਹੈ, ਸੋ ਇਹਨਾਂ ਦੇ ਕੋਲ ਕੀ ਹੈ, ਇਹ ਫੋਟੋਸਿੰਥਸਿਸ ਵੀ ਕਰਦੇ, ਇਹਦਾ ਮਤਲਬ। ਤੇ ਫੋਟੋਸਿੰਥਸਿਸ ਕਰਨਾ ਤੇ ਫਿਰ ਪਲਾਂਟਸ ਦਾ ਕਰੈਕਟਰਿਸਟਿਕ ਹੈ। ਇਹਦਾ ਮਤਲਬ ਕਿ ਯੂਗਲੀਨਾ ਦੇ ਕੋਲ, ਯੂਗਲੀਨਾ 2 ਤਰੀਕਿਆਂ ਦੇ ਮੋਡ ਆਫ ਨਿਊਟ੍ਰੀਸ਼ਨ ਹੈ ਯੂਗਲੀਨਾ ਦੇ ਕੋਲ। ਉਹ ਦੂਸਰਿਆਂ ਦੇ ਉੱਤੇ ਵੀ ਭੋਜਨ ਦੇ ਲਈ ਨਿਰਭਰ ਕਰਦੇ ਆ, ਉਹ ਖੁਦ ਵੀ ਬਣਾ ਸਕਦੇ ਆ। ਇਹਨੂੰ ਅਸੀਂ ਕਹਿੰਦੇ ਹਾਂ ਮਿਕਸੋਟ੍ਰੋਫਿਕ ਨਿਊਟ੍ਰੀਸ਼ਨ। ਇਹ ਤੁਹਾਡਾ ਬਹੁਤ ਇੰਪੋਰਟੈਂਟ ਕੁਐਸਚਨ ਹੈ, मैं भेजांगी अगों तुहानूं हुण है ना। वट इज़ मिक्सोट्रोफिक न्यूट्रीशन, गिव एग्जांपल। सो मिक्सोट्रोफिक न्यूट्रीशन का मतलब 2 तरह की न्यूट्रीशन का मिक्सचर। भी जेकर ਯੂਗਲੀਨਾ ਦੇ ਕੋਲ ਅਸੀਂ ਕਹਿੰਦੇ ਹਾਂ ਕਲੋਰੋਫਿਲ ਹੈ, ਦਾ ਮਤਲਬ ਕਿ ਪੌਦਿਆਂ ਦੀ ਤਰ੍ਹਾਂ ਆਪਣਾ ਭੋਜਨ ਖੁਦ ਬਣਾ ਸਕਦਾ ਹੈ। ਅੱਛਾ, ਪਰ ਜੇਕਰ ਕਹਿੰਦਾ ਇਹਨੂੰ ਤੁਸੀਂ ਹਨੇਰੇ ਦੇ ਵਿੱਚ ਰੱਖ ਦਿਓ ਨਾ, ਡਾਰਕ ਦੇ ਵਿੱਚ ਰੱਖ ਦਿਓ, ਤਾਂ ਕਲੋਰੋਫਿਲ ਪਿਗਮੈਂਟ ਖਤਮ ਹੋ ਜਾਂਦਾ ਤੇ ਹੈਟਰੋਟ੍ਰੋਫਿਕ ਨਿਊਟ੍ਰੀਸ਼ਨ ਚੇਂਜ ਹੋ ਜਾਂਦੀ ਹੈ ਤੇ ਉਹ ਪਲਾਂਟ ਤੋਂ ਕੀ ਬਣ ਜਾਂਦੇ ਆ, ਐਨੀਮਲ ਬਣ ਜਾਂਦੇ ਆ। ਕਿਉਂਕਿ ਤੁਹਾਨੂੰ ਪਤਾ ਕਿ ਐਨੀਮਲ ਆਪਣਾ ਭੋਜਨ ਖੁਦ ਨਹੀਂ ਬਣਾ ਸਕਦੇ। ਦੇਖੋ ਕਿੰਨੀ ਇੰਟਰਸਟਿੰਗ ਗੱਲ ਹੈ ਵੀ ਯੂਗਲੀਨਾ ਦੇ ਬਾਰੇ 'ਚ ਪਤਾ ਹੀ ਨਹੀਂ ਲੱਗ ਪਾ ਰਿਹਾ ਇਹਨੂੰ ਕਿੱਧਰ ਰੱਖਣਾ ਹੈ। ਇਸੇ ਤਰੀਕੇ ਦੇ ਨਾਲ ਕਲਮਾਈਡੋਮੋਨਸ ਹੈਗੇ ਆ, ਕਲਮਾਈਡੋਮੋਨਸ ਐਲਗੀ ਹੈ, ਐਲਗੀ। ਹੁਣ ਇਹ ਐਲਗੀ, ਫੰਜਾਈ, ਓਕੇ, ਸੋ ਇਹ ਪਲਾਂਟਸ ਦੇ ਵਿੱਚ ਆ ਜਾਂਦੇ ਆ, ਵੈਸੇ ਲੋਅਰ ਪਲਾਂਟਸ ਦੇ ਵਿੱਚ ਆ ਜਾਂਦੇ ਆ ਐਲਗੀ ਅਤੇ ਫੰਜਾਈ ਹੈ ਨਾ। ਸੋ ਇਹ ਮੋਟਾਈਲ ਹੈ, ਇਹਦੀ ਫਿਕਸ ਸ਼ੇਪ ਹੈਗੀ ਹੈ ਨਾ। ਇਹਦੇ ਕੋਲ ਫੋਟੋਸੈਂਸਿਟਿਵ ਆਰਗੇਨੈਲੀਜ਼ ਹੈ। ठीक है, सो यूनीसैलूलर एलगी जी है, ठीक है, कलमाइडोमोनस। सो ये कोल फोटोसेंसिटिव का मतलब समझते हो भी लाइट जो इन्हों के ऑर्गेनैलीज़ के उत्ते पेगी ना, ठीक है, तो इन्हों के ऑर्गेनैलीज़ रिस्पोंस करनगे है ना। सो ये करैक्टरिस्टिक इन्हों का किहदे वर्गा है, एनीमल्स वर्गा। पर इन्हों के अंदर प्लांट वर्गा करैक्टरिस्टिक की है कि ये ऑटोट्रोफिक है, अपना भोजन खुद बना सकते हैं।
ਤੀਸਰੇ ਤੁਹਾਡੇ ਕੋਲ ਆ ਜਾਂਦੇ ਆ ਸਲਾਈਮ ਮੋਲਡਸ, ਹੈ ਨਾ। ਸਲਾਈਮ ਮੋਲਡਸ ਕੀ ਹੈ? ਫੰਜਾਈ ਹੈ। ਸਲਾਈਮ ਮੋਲਡਸ ਕਿਹੜੇ ਗਰੁੱਪਸ ਦੇ ਵਿੱਚ ਆਉਂਦੇ ਆ? ਇਹ ਫੰਜਾਈ ਹੈਗੀ ਹੈ ਨਾ, ਠੀਕ ਹੈ। ਸੋ ਫੰਜਾਈ ਦੇ ਕੋਲ ਤਾਂ ਸੈੱਲ ਵਾਲ ਨਹੀਂ ਹੁੰਦੀ, ਹੈ ਨਾ, ਠੀਕ ਹੈ। ਸੋ ਇਹ ਕਰੀਪ ਕਰਦੇ ਆ। ਮੈਂ ਇਹ ਨਹੀਂ ਕਿਹਾ ਫੰਜਾਈ ਦੇ ਕੋਲ ਤਾਂ ਸੈੱਲ ਵਾਲ ਹੋਏਗੀ, ਪਰ ਫਿਲਹਾਲ ਕਹਿੰਦਾ ਜੇਕਰ ਇਹ ਗਰੁੱਪ ਆਫ ਫੰਜਾਈ 'ਚ ਆ ਜਾਂਦੇ ਆ ਸਲਾਈਮ ਮੋਲਡਸ ਜਿਹੜੇ ਆ, ਪਰ ਇਹਨਾਂ ਦੇ ਕੋਲ ਤਾਂ ਸੈੱਲ ਵਾਲ ਨਹੀਂ ਹੈ, ਠੀਕ ਹੈ ਨਾ। ਇਹ ਕਰੀਪ ਕਰਦੇ ਆ, ਕਿਸੜ ਕੇ ਚਲਦੇ ਆ, ਜ਼ਮੀਨ ਦੇ ਨਾਲ ਚਲਦੇ ਆ, ਹੈ ਨਾ, ਠੀਕ ਹੈ। ਸੋ ਜਦੋਂ ਇਹ ਵੈਜੀਟੇਟਿਵ ਫੇਜ਼ ਦੇ ਵਿੱਚ ਹੁੰਦੇ ਆ ਨਾ ਸਲਾਈਮ ਮੋਲਡਸ, ਗਰੁੱਪ ਆਫ ਫੰਜਾਈ ਹੈ, ਠੀਕ ਹੈ। ਸੋ ਵੈਜੀਟੇਟਿਵ ਫੇਜ਼, ਰੀਪਰੋਡਕਟਿਵ ਫੇਜ਼ ਵੀ ਦੱਸਦੇ ਹਾਂ। ਤਾਂ ਉਦੋਂ ਠੀਕ ਹੈ ਕੀ ਕਰਦੇ ਆ, ਇਹ ਪਾਰਟੀਕੂਲੇਟ ਮੈਟਰ ਜਿਹੜਾ ਹੈਗਾ ਉਹਨੂੰ ਲੈਂਦੇ ਆ, ਛੋਟੇ ਪਾਰਟੀਕਲਸ ਨੂੰ ਖਾ ਜਾਂਦੇ ਆ, ਹੈ ਨਾ। ਪਰ ਜਦੋਂ ਰੀਪਰੋਡਕਟਿਵ ਫੇਜ਼ 'ਚ ਆ ਜਾਂਦੇ ਆ ਤਾਂ ਸੈੱਲ ਵਾਲ ਡਿਵੈਲਪ ਕਰ ਲੈਂਦੇ ਆ। ਹੁਣ ਤੁਹਾਨੂੰ ਪਤਾ ਕਿ ਸੈੱਲ ਵਾਲ ਹੋਣਾ ਇਹ ਪਲਾਂਟਸ ਦਾ ਕਰੈਕਟਰ ਹੈ, ਸਮਝਦੇ ਪਏ ਹੋ, ਠੀਕ ਹੈ। ਸੋ ਪਾਰਟੀਕੂਲੇਟ ਮੈਟਰ ਨੂੰ ਖਾਣਾ, ਸੈੱਲ ਵਾਲ ਨਾ ਹੋਣਾ, ਇਹ ਐਨੀਮਲਸ ਦਾ ਕਰੈਕਟਰ ਹੈ। ਮਤਲਬ ਕੁਛ ਵੀ ਗੱਲਾਂ ਕਲੀਅਰ ਨਹੀਂ ਹੋ ਰਹੀਆਂ ਟੂ ਸਿਸਟਮ ਕਿੰਗਡਮ ਦੇ ਵਿੱਚ, ਕਲੀਅਰ ਨਹੀਂ ਹੋ ਰਹੀਆਂ। ਹੁਣ ਮੈਂ ਤੁਹਾਨੂੰ ਇੱਥੇ ਦੱਸਣ ਲੱਗੀ ਹਾਂ ਵੈਜੀਟੇਟਿਵ ਫੇਜ਼ ਅਤੇ ਰੀਪਰੋਡਕਟਿਵ ਫੇਜ਼ ਦਾ ਕੀ ਮਤਲਬ ਹੈ। ਬੱਚੇ ਵੈਜੀਟੇਟਿਵ ਫੇਜ਼ ਉਹ ਹੁੰਦਾ, ਠੀਕ ਹੈ, ਕਿ ਜਦੋਂ ਜਿੱਦਾਂ ਮੰਨ ਲਓ ਮੈਂ ਇੱਕ ਪਲਾਂਟ ਦੀ ਐਗਜ਼ਾਮਪਲ ਦਿੰਦੀ ਹਾਂ, ਆਪਣੀ ਨਹੀਂ ਨਾ ਦੇ ਸਕਦੇ, ਸਾਡੀ ਲਾਈਫ ਦੇ ਵਿੱਚ ਤਾਂ ਬੜੇ ਸਾਰੇ ਫੇਜ਼ਿਸ ਆਉਂਦੇ ਆ। ਪਲਾਂਟ ਦੀ ਲਾਈਫ ਦੇ ਵਿੱਚ 2 ਤਰ੍ਹਾਂ ਦੇ ਫੇਜ਼ਿਸ ਆਉਂਦੇ ਆ। ਇਸੇ ਤਰੀਕੇ ਦੇ ਨਾਲ ਇਹ ਫੰਜਾਈ ਹੈ, ਠੀਕ ਹੈ ਜੀ। ਸੋ ਫੰਜਾਈ ਦੀ ਲਾਈਫ ਦੇ ਵਿੱਚ ਵੀ 2 ਤਰ੍ਹਾਂ ਦੇ ਫੇਜ਼ ਹੀ ਆਉਂਦੇ ਆ, ਇੱਕ ਵੈਜੀਟੇਟਿਵ ਫੇਜ਼, ਇੱਕ ਰੀਪਰੋਡਕਟਿਵ ਫੇਜ਼। ਵੈਜੀਟੇਟਿਵ ਫੇਜ਼ ਦਾ ਮਤਲਬ ਜਦੋਂ ਗਰੋਥ ਹੋ ਰਹੀ ਆ, ਪਲਾਂਟ ਹਾਈਟ ਦੇ ਵਿੱਚ ਵੱਧਦਾ ਪਿਆ, ਉਹਦੀਆਂ ਬ੍ਰਾਂਚਿਸ ਵੱਧ ਰਹੀਆਂ ਨੇ, ਉਹਦੇ ਲੀਵਸ ਵੱਧ ਰਹੇ ਆ। ਅਤੇ ਰੀਪਰੋਡਕਟਿਵ ਫੇਜ਼ ਕਿਹੜਾ ਹੁੰਦਾ ਪਲਾਂਟ ਦਾ? ਜਦੋਂ ਉਹਦੇ 'ਤੇ ਫਲਾਵਰ ਆ ਜਾਂਦੇ ਆ, ਇੱਦਾਂ ਹੀ, ਠੀਕ ਹੈ। ਸੋ ਫੰਜਾਈ ਦੇ ਵਿੱਚ ਵੀ ਰੀਪਰੋਡਕਟਿਵ ਫੇਜ਼ ਆਉਂਦਾ। ਕਦੀ ਐਕਸਪੈਰੀਮੈਂਟ ਕਰਕੇ ਦੇਖਿਓ, ਬ੍ਰੈਡ ਨੂੰ ਉੱਲੀ ਲੱਗ ਜਾਂਦੀ ਹੈ, ਫੰਗਸ ਲੱਗ ਜਾਂਦੀ ਹੈ, ਠੀਕ ਹੈ ਨਾ, ਖਾਸ ਤੌਰ 'ਤੇ ਗਰਮੀਆਂ ਦੇ ਵਿੱਚ। ਅਤੇ ਸ਼ੁਰੂ ਦੇ ਵਿੱਚ ਲਾਈਟ ਗਰੀਨ ਜਿਹੇ ਕਲਰ ਦੀ ਫੰਗਸ ਲੱਗਦੀ ਹੈ, ਪਰ ਜੇਕਰ ਨਾ ਤੁਸੀਂ ਉਹਨੂੰ ਪਿਆ ਰਹਿਣ ਦਿਓਗੇ ਨਾ ਥੋੜ੍ਹੀ ਜਿਹੀ ਗਰਮ ਜਗ੍ਹਾ ਦੇ ਉੱਤੇ, ਵਾਰਮ ਜਗ੍ਹਾ ਦੇ ਉੱਤੇ ਘਰ ਦੇ ਵਿੱਚ, ਤਾਂ ਦੇਖੋ ਹੌਲੀ ਉਹ ਫੰਗਸ ਜਿਹੜੀ ਹੈ ਬਲੈਕ ਹੋ ਜਾਣੀ ਹੈ। ਕਿਉਂ? ਕਿਉਂਕਿ ਫੰਗਸ ਦੀ ਰੀਪਰੋਡਕਟਿਵ ਸਟੇਜ ਸ਼ੁਰੂ ਹੋ ਜਾਣੀ ਹੈ, ਠੀਕ ਹੈ ਨਾ। ਬਲੈਕ ਕਲਰ ਦੇ ਸਪੋਰਸ ਆ ਜਾਣੇ ਨਾ ਉਹਦੇ 'ਚ। ਮੈਂ ਕੀ ਸਮਝਾ ਰਹੀ ਹਾਂ ਇੱਥੇ? ਵੈਜੀਟੇਟਿਵ ਫੇਜ਼ ਅਤੇ ਰੀਪਰੋਡਕਟਿਵ ਫੇਜ਼ ਸਮਝਾ ਰਹੀ ਹਾਂ, ਓਕੇ। ਪਰ ਇੱਥੇ ਮੇਨ ਗੱਲ ਕੀ ਹੈ ਕਿ ਸਲਾਈਮ ਮੋਲਡਸ ਦੇ ਬਾਰੇ ਵਿੱਚ ਵੀ ਕੈਰੋਲਸ ਲੀਨੀਅਸ ਨੂੰ ਕਲੀਅਰ ਹੀ ਨਹੀਂ ਸੀਗਾ ਕਿ ਇਹਨੂੰ ਕਿਹੜੀ ਮਤਲਬ ਕਿੰਗਡਮ ਦੇ ਵਿੱਚ ਰੱਖਣਾ। ਉਹਨੇ ਤਾਂ ਪਲਾਂਟ ਕਿੰਗਡਮ ਦੇ ਵਿੱਚ ਰੱਖ ਦਿੱਤਾ, ਕਿਉਂਕਿ ਉਹਨੇ 2 ਹੀ ਕਿੰਗਡਮਸ ਦਿੱਤੀਆਂ ਸੀ ਨਾ, ਕਿੰਗਡਮ ਪਲਾਂਟੀ ਅਤੇ ਕਿੰਗਡਮ ਐਨੀਮੀਲੀਆ। ਪਰ ਸਲਾਈਮ ਮੋਲਡ ਵੀ ਜਿਹੜੀ ਹੈਗੀ ਹੈ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਉਹ ਪਲਾਂਟ ਦੀ ਤਰ੍ਹਾਂ ਬਿਹੇਵ ਕਰਦੀ ਪਈ ਹੈ, ਇੱਕ ਵਾਰੀ ਉਹ ਐਨੀਮਲ ਦੀ ਤਰ੍ਹਾਂ ਬਿਹੇਵ ਕਰਦੀ ਪਈ ਹੈ। ਲਾਸਟ ਤੁਹਾਡੇ ਕੋਲ ਆ ਗਏ ਸਪੌਂਜਿਸ। ਸਪੌਂਜਿਸ ਕੀ ਹੁੰਦੇ ਨੇ, ਠੀਕ ਹੈ। ਸੋ ਫਿਕਸਡ ਬ੍ਰਾਂਚਡ ਇਰਰੈਗੂਲਰ ਕ੍ਰੀਏਚਰਸ ਹੁੰਦੇ ਆ। ਮਤਲਬ ਦੇਖੋ ਇਹਨਾਂ ਨੂੰ ਅਸੀਂ, ਠੀਕ ਹੈ, ਜਦੋਂ ਕਿੰਗਡਮ ਐਨੀਮੀਲੀਆ ਬਹੁਤ ਡਿਟੇਲ 'ਚ ਆਪਾਂ ਪੜ੍ਹਨੀ ਹੈਗੀ ਆ ਤਾਂ ਉੱਥੇ ਆਣੇ ਆ ਐਕਚੁਅਲੀ ਇਹ। ਪਰ ਇਹ ਪਲਾਂਟਸ ਵਰਗੇ ਵੀ ਹੁੰਦੇ ਆ, ਇੰਨੇ ਵੈਲ ਡਿਵੈਲਪਡ ਨਹੀਂ ਨਾ ਹੁੰਦੇ, ਠੀਕ ਹੈ। ਵੇਸ ਲਾਈਕ ਵੀ ਹੁੰਦੇ। ਘਰਾਂ ਦੇ ਵਿੱਚ ਜਿਹੜੇ ਫਲਾਵਰ ਪੋਟਸ ਹੁੰਦੇ, ਮੈਂ ਤੁਹਾਨੂੰ ਦਿਖਾਉਂਦੀ ਹਾਂ ਸਪੌਂਜਿਸ ਦਾ, ਮੈਂ ਤੁਹਾਨੂੰ ਸਟਰਕਚਰ ਦਿਖਾਉਂਦੀ ਹਾਂ। ਦੇਖੋ ਇਹ ਕਿੰਗਡਮ ਐਨੀਮੀਲੀਆ, ਐਨੀਮਲ ਕਿੰਗਡਮ ਵਾਲਾ ਚੈਪਟਰ ਹੈ ਤੁਹਾਡਾ, ਚੈਪਟਰ ਨੰਬਰ 4। ਬਹੁਤ ਜ਼ਿਆਦਾ ਡਿਟੇਲ 'ਚ ਹੈ, ਪਤਾ ਨਹੀਂ ਕਿੰਨੇ ਪੇਜਿਸ ਦਾ ਇਹ ਚੈਪਟਰ ਹੈ, ਓਕੇ, ਠੀਕ ਹੈ। ਸੋ ਮੈਂ ਇੱਥੇ ਤੁਹਾਨੂੰ ਦਿਖਾਉਂਦੀ ਸਪੌਂਜਿਸ ਸ਼ੁਰੂ 'ਚ ਹੋਣਗੇ। ਆਹ ਦੇਖੋ, ਲੱਗਦੇ ਫਲਾਵਰ ਪੋਟ ਵਰਗੇ, ਵੱਡੇ ਵੇਸ ਘਰਾਂ ਦੇ ਵਿੱਚ ਹੁੰਦੇ ਜਿਸ ਤਰ੍ਹਾਂ, ਉਸ ਤਰ੍ਹਾਂ ਦੇ ਲੱਗ ਰਹੇ ਆ, ਹੈ ਨਾ, ਠੀਕ ਹੈ ਜੀ। ਆਹ ਸਪੌਂਜਿਸ ਹੈ, ਆ ਵੀ ਸਪੌਂਜਿਸ ਦਾ ਸਟਰਕਚਰ ਹੈਗਾ, ਹੈ ਨਾ। ਹੁਣ ਸਪੌਂਜਿਸ ਦੇ ਬਾਰੇ ਦੇ ਵਿੱਚ ਵੀ ਇਸ ਸਿਸਟਮ 'ਚ ਕਲੀਅਰ ਨਹੀਂ ਕੀਤਾ ਗਿਆ, ਸਮਝਦੇ ਪਏ ਹੋ। ਉਹ ਸਟੀਮੂਲਾਈ ਨੂੰ ਵੀ ਰਿਸਪੌਂਸ ਦਿੰਦੇ ਆ, ਪਰ ਬਹੁਤ ਹੌਲੀ ਦਿੰਦੇ ਆ, ਕਿਉਂਕਿ ਇਹਨਾਂ ਦੇ ਕੋਲ ਕਿਸੇ ਵੀ ਕਿਸਮ ਦੇ ਪੌਦਿਆਂ ਦੀ ਤਰ੍ਹਾਂ, ਜਿਵੇਂ ਮੈਂ ਤੁਹਾਨੂੰ ਕਿੰਗਡਮ ਪਲਾਂਟੀ 'ਚ ਪੜ੍ਹਾਇਆ ਸੀਗਾ ਕਿ ਸੈਂਸ ਔਰਗਨ ਨਹੀਂ ਹੁੰਦੇ, ਨਰਵਸ ਸਿਸਟਮ ਨਹੀਂ ਹੁੰਦਾ। ਇਸੇ ਤਰੀਕੇ ਦੇ ਨਾਲ ਸਪੌਂਜਿਸ ਹੌਲੀ ਰਿਸਪੌਂਸ ਦਿੰਦੇ, ਕਿਉਂਕਿ ਇਹਨਾਂ ਦੇ ਕੋਲ ਵੀ ਸੈਂਸ ਔਰਗਨ ਨਹੀਂ ਹੁੰਦੇ, ਇਹਨਾਂ ਦੇ ਕੋਲ ਵੀ ਨਰਵਸ ਸਿਸਟਮ ਨਹੀਂ ਹੁੰਦਾ ਪੌਦਿਆਂ ਦੀ ਤਰ੍ਹਾਂ। ਬਟ ਐਨੀਮਲਸ ਵਾਲਾ ਕਿਹੜਾ ਕਰੈਕਟਰ ਹੈ ਇਹਨਾਂ 'ਚ? ਇਹਨਾਂ 'ਚ ਹੋਲੋ ਜੋ ਇੱਕ ਨਿਊਟ੍ਰੀਸ਼ਨ ਹੈ, ਸੋਲਿਡ ਫੂਡ ਖਾਂਦੀਆਂ ਸਪੌਂਜਿਸ, ਨਾਈਟ੍ਰੋਜੀਨਸ ਵੇਸਟ ਕੱਢਦੀਆਂ, ਓਕੇ। ਸੋ ਇਹ 4 ਔਰਗੈਨਿਜ਼ਮ ਸੀ ਜਿਹਦੇ ਬਾਰੇ 'ਚ ਕਲੀਅਰ ਹੀ ਨਹੀਂ ਹੋ ਰਿਹਾ ਇਹਨਾਂ ਨੂੰ ਕਿੰਗਡਮ ਪਲਾਂਟੀ 'ਚ ਰੱਖਣਾ ਕਿ ਇਹਨਾਂ ਨੂੰ ਕਿੰਗਡਮ ਐਨੀਮੀਲੀਆ 'ਚ ਰੱਖਣਾ ਹੈ। ਇਹਨਾਂ 'ਚ ਪਲਾਂਟ ਵਾਲੇ ਕਰੈਕਟਰ ਵੀ ਹੈ, ਇਹਨਾਂ 'ਚ ਐਨੀਮਲ ਵਾਲੇ ਕਰੈਕਟਰ ਵੀ ਹੈ, ਓਕੇ। ਇਹ ਪਹਿਲਾ ਪੁਆਇੰਟ ਐਕਸਪਲੇਨ ਹੋਇਆ ਹਜੇ ਤੱਕ, ਗੱਲ ਸਮਝ ਗਏ। ਅੱਗੇ ਆਓ, ਤੁਸੀਂ ਦੂਸਰੇ ਪੁਆਇੰਟ ਦੇ ਉੱਪਰ ਆਓ। ਜੇ ਯਾਦ ਹੈ ਮੈਂ ਟੇਬਲ ਬਣਾਉਣ ਲਈ ਕਿਹਾ ਸੀ, ਵਿਟਕਰ ਵਾਲਾ ਟੇਬਲ ਵੀ ਤੁਸੀਂ ਜਦੋਂ ਬਣਾਇਆ ਉੱਥੇ ਮੈਂ ਲਿਖਿਆ ਸੀ ਸਪੈਸ਼ਲ ਕਿ ਵਿਟਕਰ ਨੇ ਵੀ ਲਾਈਕਨਸ ਅਤੇ ਵਾਇਰਸ ਦੇ ਬਾਰੇ 'ਚ ਨਹੀਂ ਕੁਛ ਵੀ ਦੱਸਿਆ। ਹੁਣ ਮੈਨੂੰ ਨਹੀਂ ਪਤਾ ਕਿ ਕਿੰਨਿਆਂ ਨੂੰ ਪਤਾ ਕਿ ਲਾਈਕਨਸ ਕੀ ਹੁੰਦੇ ਆ, ਠੀਕ ਹੈ। ਸੋ ਛੋਟੀਆਂ ਕਲਾਸ ਦੀਆਂ ਸਾਇੰਸ ਦੀਆਂ ਬੁੱਕਸ ਦੇ ਵਿੱਚ ਵੀ ਹੁੰਦੇ ਲਾਈਕਨਸ ਬੜੇ ਹੀ ਅਲੱਗ ਔਰਗੈਨਿਜ਼ਮ ਹੁੰਦੇ ਆ, ਇਹ ਜਿਨ੍ਹਾਂ ਦੇ ਕੋਲ ਮਤਲਬ ਪਲਾਂਟ ਅਤੇ ਐਨੀਮਲ ਵਰਗੇ ਕਰੈਕਟਰਿਸਟਿਕਸ ਨਹੀਂ ਹੁੰਦੇ ਆ,
ਪਿੱਛੇ ਅਸੀਂ ਕੀ ਪੜ੍ਹ ਕੇ ਆਏ ਆ ਪਹਿਲੇ ਪੁਆਇੰਟ 'ਚ ਵੀ ਆਰਗੇਨਿਜ਼ਮਸ ਦੇ ਕੋਲ ਪਲਾਂਟ ਵਰਗੇ ਕਰੈਕਟਰ ਵੀ ਹੈ, ਐਨੀਮਲ ਵਰਗੇ ਕਰੈਕਟਰ ਵੀ ਹੈ, ਉਹਨਾਂ ਨੂੰ ਕਿੱਥੇ ਰੱਖੀਏ। ਲਾਈਕਨਸ ਇੱਦਾਂ ਦੇ ਆ, ਇਹਨਾਂ ਦੇ ਕੋਲ ਨਾ ਪਲਾਂਟ ਵਾਲੇ ਕਰੈਕਟਰ ਹੈ ਨਾ ਐਨੀਮਲ ਵਾਲੇ ਕਰੈਕਟਰ ਹੈ। ਲਾਈਕਨਸ ਐਕਚੁਅਲੀ ਦੇ ਵਿੱਚ ਕੀ ਹੁੰਦੇ ਆ, ਇਹਨਾਂ ਦੀ ਬੋਡੀ ਦਾ ਕਹਿ ਲਓ, ਇਹਨਾਂ ਦੇ ਸਟਰਕਚਰ 'ਚ ਕਹਿ ਲਓ, ਅੱਧਾ ਹਿੱਸਾ ਐਲਗੀ ਦਾ ਹੁੰਦਾ ਬੱਚੇ, ਅੱਧਾ ਹਿੱਸਾ ਫੰਗਸ ਦਾ ਹੁੰਦਾ। ਦੋਨਾਂ ਦੀ ਐਲਗੀ ਅਤੇ ਫੰਜਾਈ ਦੀ ਆਪਸ ਦੇ ਵਿੱਚ ਐਸੋਸੀਏਸ਼ਨ ਹੈ, ਉਹਨਾਂ ਨੂੰ ਕਹਿੰਦੇ ਲਾਈਕਨਸ। ਲਾਈਕਨਸ ਨਾ ਐਕਚੁਅਲੀ ਸਭ ਤੋਂ ਪਹਿਲਾਂ ਬੇਅਰ ਰੌਕਸ ਦੇ ਉੱਪਰ ਉਗਦੇ ਆ, ਨੰਗੀਆਂ ਚਟਾਨਾਂ ਦੇ ਉੱਪਰ ਉਗ ਜਾਂਦੇ ਆ। ਹਰੇ ਰੰਗ ਦਾ ਜਿਵੇਂ ਮੈਟ ਵਿਛਿਆ ਹੁੰਦਾ ਨਾ, ਐਦਾਂ ਲਾਈਕਨਸ ਉਗ ਜਾਂਦੇ ਆ, ਦੇਖ ਲਓ। ਪਰ ਨਾ ਇਹ ਪਲਾਂਟ ਹੈ ਨਾ ਇਹ ਐਨੀਮਲ ਹੈ, ਇਹ ਅਲੱਗ ਹੀ ਤਰ੍ਹਾਂ ਦੇ ਆਰਗੇਨਿਜ਼ਮ ਹੈ। ਥਰਡ ਪੁਆਇੰਟ ਤੁਹਾਡੇ ਕੋਲ ਆ ਗਿਆ ਕਿ ਸਾਡੇ ਕੋਲ ਕੁਝ ਸਿੰਗਲ ਸੈੱਲ ਵਾਲੇ ਪਲਾਂਟਸ ਹੈ, ਜਿਵੇਂ ਕਿ ਡਾਈਟਮਸ। ਇਸੇ ਤਰੀਕੇ ਦੇ ਨਾਲ ਸਾਡੇ ਕੋਲ ਪ੍ਰੋਟੋਜੋਨਸ, ਕਈ ਵਾਰੀ ਦੱਸ ਚੁੱਕੀ ਹਾਂ, ਅਮੀਬਾ, ਯੂਗਲੀਨਾ, ਪੈਰਾਮੀਸ਼ੀਅਮ ਇਹਨਾਂ ਚਾਹੁੰਦੇ ਆ, ਹੈ ਨਾ। ਅੱਛਾ, ਹੁਣ ਕਹਿੰਦਾ ਕਿ ਇਹ ਦੋਨੋਂ ਇੱਕ ਦੂਸਰੇ ਦੇ ਨਾਲ ਬਹੁਤ ਜ਼ਿਆਦਾ ਕਲੋਜ਼ਲੀ ਰਿਲੇਟਡ ਹੈਗੇ ਆ। ਇਹਨਾਂ ਦੇ ਵਿੱਚ ਆਰਗੇਨਾਈਜੇਸ਼ਨ ਵੀ ਸੇਮ ਲੈਵਲ ਦੀ ਹੈ, ਵੀ ਹਾਂਜੀ ਜੀ ਸਾਫ਼ ਪਤਾ ਲੱਗ ਰਿਹਾ ਵੀ ਇਹਨਾਂ ਦੀ ਬੋਡੀ ਸੈੱਲ ਦੀ ਹੀ ਬਣੀ ਹੋਈ ਹੈ, ਇਸ ਤੋਂ ਜ਼ਿਆਦਾ ਕੋਈ ਕੰਪਲੈਕਸ ਬੋਡੀ ਇਹਨਾਂ ਦੀ ਨਹੀਂ ਹੈ। ਇਹ ਫਿਸ਼ਨ ਦੀ ਪ੍ਰੋਸੈਸ ਪਤਾ ਕਿ ਨਹੀਂ ਪਤਾ, ਜਿਹਦੇ 'ਚ ਪੇਰੈਂਟ ਬੋਡੀ ਡਿਵਾਈਡ ਕਰ ਜਾਂਦੀ ਹੈ ਦੋ ਇੰਡੀਵਿਜੂਅਲਸ ਦੇ ਵਿੱਚ, ਹੈ ਨਾ। ਹੁਣ ਮਤਲਬ ਕਹਿਣ ਦਾ ਕੀ ਹੈ ਵੀ ਤੀਸਰਾ ਪੁਆਇੰਟ ਡਰਾਬੈਕ ਕੀ ਆ ਗਿਆ ਟੂ ਕਿੰਗਡਮ ਸਿਸਟਮ ਆਫ ਕਲਾਸੀਫਿਕੇਸ਼ਨ ਦਾ, ਕਿ ਵੀ ਡਾਈਟਮਸ ਅਤੇ ਪ੍ਰੋਟੋਜੋਨਸ ਬੜੇ ਮਿਲਦੇ ਜੁਲਦੇ ਹੈ। ਫਿਰ ਕਿਉਂ ਇਹਨਾਂ ਨੂੰ ਅਲੱਗ-ਅਲੱਗ ਕਿੰਗਡਮ ਦੇ ਵਿੱਚ ਰੱਖਣ ਦੀ ਜ਼ਰੂਰਤ ਪੈ ਗਈ? ਕਿਉਂ ਇਹਨਾਂ ਨੂੰ ਇੱਕ ਕਿੰਗਡਮ ਦੇ ਵਿੱਚ ਕਿਉਂ ਨਹੀਂ ਰੱਖ ਦਿੱਤਾ? ਠੀਕ ਹੈ ਜੀ, ਇਹ ਵੀ ਕਮੀ ਰਹੀ ਹੈ ਟੂ ਸਿਸਟਮ ਦੀ। ਅੱਗੇ ਤੁਹਾਡੇ ਕੋਲ ਪੁਆਇੰਟ ਆ ਗਿਆ ਕਿ ਬੈਕਟੀਰੀਆ ਦੇ ਬਾਰੇ 'ਚ ਵੀ ਕਲੀਅਰ ਨਹੀਂ ਸੀ ਕੈਰੋਲਸ ਲੀਨੀਅਸ। ਬੈਕਟੀਰੀਆ ਨੇ ਬੜੀ ਪ੍ਰੋਬਲਮ ਕ੍ਰੀਏਟ ਕੀਤੀ ਹੋਈ ਸੀ, ਹੈ ਨਾ। ਅੱਛਾ, ਹੁਣ ਬੈਕਟੀਰੀਆ ਦੇ ਕੋਲ ਕਹਿੰਦੇ ਸੈੱਲ ਵਾਲ ਵੀ ਹੁੰਦਾ ਹੈ, ਫਲੈਜੈਲਾ ਮੈਂ ਤੁਹਾਨੂੰ ਦਿਖਾ ਚੁੱਕੀ ਹਾਂ, ਹੈ ਨਾ। ਠੀਕ ਹੈ, ਪਰ ਉਹ ਆਪਣਾ ਫੂਡ ਨਹੀਂ ਬਣਾ ਸਕਦਾ ਹੈਗਾ, ਹੈ ਨਾ। ਪਰ ਕੁਝ ਬੈਕਟੀਰੀਆ ਜਿਹੜੇ ਹੈਗੇ ਆ ਕਿ ਉਹ ਆਪਣਾ ਫੂਡ ਜਿਹੜਾ ਹੈਗਾ ਉਹ ਬਣਾ ਸਕਦੇ ਆ, ਜਿਵੇਂ ਕਿ ਬਲੂ ਗ੍ਰੀਨ ਐਲਗੀ, ਸਾਈਨੋ ਬੈਕਟੀਰੀਆ ਜਿਹੜੇ ਹੈਗੇ ਆ, ਹੈ ਨਾ। ਅੱਛਾ, ਇਹਦਾ ਮਤਲਬ ਕਿ ਇਹ ਬਾਕੀ ਆਰਗੇਨਿਜ਼ਮਸ ਦੇ ਨਾਲੋਂ ਬੜੇ ਡਿਫਰੈਂਟ ਜੇ ਹੈ ਬੈਕਟੀਰੀਆ। ਇਹ ਪ੍ਰੋਕੈਰੀਓਟਸ ਹੁੰਦੇ ਆ ਨਹੀਂ, ਠੀਕ ਹੈ। ਸੋ ਇਹਨਾਂ ਦੇ ਕੋਲ ਟ੍ਰਿਊ ਨਿਊਕਲੀਅਸ ਨਹੀਂ ਪ੍ਰੈਜ਼ੈਂਟ ਹੁੰਦਾ। ਜਦੋਂ ਮੈਂ ਇਸੇ ਚੈਪਟਰ ਦੇ ਵਿੱਚ ਪਹਿਲੀ ਕਿੰਗਡਮ ਸ਼ੁਰੂ ਕਰਨੀ ਨਾ, ਆਵਲੀ ਵਿਟਕਰ ਨੇ ਦਿੱਤੀਆਂ 5 ਕਿੰਗਡਮਸ ਹੁਣ। ਮੋਨੀਰਾ ਸਭ ਤੋਂ ਪਹਿਲੀ ਕਿੰਗਡਮ, ਇਹਦੇ 'ਚ ਬੈਕਟੀਰੀਆ ਹੀ ਆਣੇ ਹੈ, ਹੈ ਨਾ। ਸੋ ਬੈਕਟੀਰੀਆ ਪ੍ਰੋਕੈਰੀਓਟ ਹੈ, ਇਹਨਾਂ ਦੇ ਨਿਊਕਲੀਅਸ ਨਹੀਂ ਹੈਗਾ ਐਕਚੁਅਲੀ ਦੇ ਵਿੱਚ, ਜੈਨੇਟਿਕ ਮਟੀਰੀਅਲ ਦੇ ਆਲੇ ਦੁਆਲੇ ਕੋਈ ਵੀ ਕਵਰਿੰਗ ਨਿਊਕਲੀਅਲ ਇਨਵੈਲਪ ਨਹੀਂ ਹੁੰਦਾ। ਪ੍ਰੋਕੈਰੀਓਟਸ ਦੇ ਵਿੱਚ ਬਹੁਤ ਸਾਰੇ ਆਰਗੇਨੈਲਿਜ਼ ਨਹੀਂ ਹੁੰਦੇ ਹੈ ਨਾ। ਠੀਕ ਹੈ, ਸੋ ਬਹੁਤ ਕੁਛ ਨਹੀਂ ਹੈ ਨਾ। ਅੱਛਾ, ਪਰ ਫਿਰ ਇਹਨਾਂ ਨੂੰ ਕੈਰੋਲਸ ਨੇ ਅਲੱਗ ਕਿੰਗਡਮ 'ਚ ਕਿਉਂ ਨਹੀਂ ਰੱਖਿਆ, ਹੈ ਨਾ। ਠੀਕ ਹੈ, ਸੋ ਉਹਨੂੰ ਅਲੱਗ ਰੱਖਣਾ ਚਾਹੀਦਾ ਸੀ, ਕਿਉਂਕਿ ਇਹਦੇ 'ਚ ਪਲਾਂਟਸ ਵਰਗੇ ਤਾਂ ਕੋਈ ਕਰੈਕਟਰਿਸਟਿਕ ਹੈ ਹੀ ਨਹੀਂ ਬੈਕਟੀਰੀਆ 'ਚ। ਪਲਾਂਟਸ ਜਿਹੜੇ ਹੁੰਦੇ ਆ ਉਹ ਯੂਕੈਰੀਓਟਸ ਹੈ, ਉਹਨਾਂ ਦੇ ਕੋਲ ਤਾਂ ਟਰੂ ਨਿਊਕਲੀਅਸ ਹੁੰਦਾ ਹੈ, ਨਿਊਕਲੀਅਸ ਦੇ ਆਲੇ ਦੁਆਲੇ ਇਨਵੈਲਪ ਹੁੰਦਾ ਹੈ, ਬਹੁਤ ਸਾਰੇ ਆਰਗੇਨੈਲਿਜ਼ ਵੀ ਹੁੰਦੇ ਆ। ਓਕੇ, ਸੋ ਇਹ ਸਿਸਟਮ ਜਿਹੜਾ ਸੀ ਟੂ ਸਿਸਟਮ, ਇਹ ਬੈਕਟੀਰੀਆ ਨੂੰ ਵੀ ਉਹਦੀ ਸਹੀ ਜਗ੍ਹਾ ਦੇ ਉੱਤੇ ਨਹੀਂ ਰੱਖ ਸਕਿਆ। ਪੰਜਵਾਂ ਪੁਆਇੰਟ ਤੁਹਾਡੇ ਕੋਲ ਆ ਗਿਆ, ਵਿਟਕਰ ਨੇ ਫੰਜਾਈ ਨੂੰ ਵੀ ਅਲੱਗ ਦੇ ਵਿੱਚ ਰੱਖ ਦਿੱਤਾ। ਉਹਨੂੰ ਫੰਜਾਈ ਵੀ ਬੜੀ ਅਲੱਗ ਲੱਗੀ ਸੀਗੀ, ਹੈ ਨਾ। ਪਰ ਹੁਣ ਫੰਜਾਈ ਦੇ ਕੋਲ ਕਲੋਰੋਫਿਲ ਵੀ ਨਹੀਂ ਹੈਗਾ, ਹੈ ਨਾ। ਸੋ ਪੌਦਿਆਂ ਦੀ ਤਰ੍ਹਾਂ ਉਹ ਸੈਪਰੋਫਿਟਿਕ 'ਚ ਪੌਦੇ ਨਹੀਂ ਕਰਦੇ ਆ। ਇਹ ਡੈਡ ਆਰਗੇਨਿਜ਼ਮ ਨੂੰ ਲੱਗ ਜਾਂਦੀ ਹੈ ਫੰਗਸ, ਪੂਲੀ ਲੱਗ ਜਾਂਦੀ ਹੈ ਡੈਡ ਆਰਗੇਨਿਜ਼ਮਸ ਨੂੰ, ਮਰੇ ਹੋਏ ਗਲੇ ਸੜੇ ਪੱਤੇ ਹੋ ਗਏ, ਠੀਕ ਹੈ, ਜਾਨਵਰ ਹੋ ਗਏ ਗਲ ਸੜ ਜਾਂਦੇ ਆ ਜਾਨਵਰ, ਉਹਨਾਂ ਨੂੰ ਫੰਗਸ ਲੱਗ ਜਾਂਦੀ ਹੈ ਨਾ। ਸੋ ਇਸ ਤਰੀਕੇ ਨਾਲ ਆਪਣਾ ਭੋਜਨ ਲੈ ਰਹੇ ਆ, ਹੈ ਨਾ। ਸੋ ਇਹ ਆਪਣੇ ਫੂਡ ਸੋਰਸ ਦੇ ਵਿੱਚ ਐਂਜ਼ਾਈਮਸ ਛੱਡ ਦਿੰਦੇ ਆ ਨਾ, ਜਿਸ ਫੂਡ ਨੂੰ ਇਹਨਾਂ ਨੇ ਹੌਲੀ ਹੌਲੀ ਐਬਜ਼ੋਰਬ ਕਰਨਾ ਨਾ, ਉੱਥੇ ਕੀ ਭੇਜ ਦਿੰਦੀਆਂ ਫੰਜਾਈ, ਆਪਣੇ ਐਂਜ਼ਾਈਮਸ ਭੇਜ ਦਿੰਦੀਆਂ ਨੇ, ਅਤੇ ਇਸ ਤਰੀਕੇ ਦੇ ਨਾਲ ਫੂਡ ਲੈ ਲੈਂਦੀਆਂ, ਹੈ ਨਾ। ਇਹਨਾਂ ਦਾ ਬੋਡੀ ਦਾ ਸਟਰਕਚਰ, ਬੋਡੀ ਪਲਾਨ ਬਿਲਕੁਲ ਹੀ ਡਿਫਰੈਂਟ ਹੈ ਪਲਾਂਟਸ ਨਾਲੋਂ। ਪਰ ਕੈਰੋਲਸ ਲੀਨੀਅਸ ਨੇ ਇਹਨਾਂ ਨੂੰ ਇੱਕ ਅਲੱਗ ਕਿੰਗਡਮ ਦੇ ਵਿੱਚ ਨਹੀਂ ਰੱਖਿਆ, ਉਹਦੀਆਂ ਕਮੀਆਂ ਰਹੀਆਂ। ਓਕੇ, ਅੱਗੇ ਤੁਹਾਡੇ ਕੋਲ ਆ ਗਿਆ ਪਲਾਂਟਸ ਅਤੇ ਐਨੀਮਲਸ ਜਿਹੜੇ ਹੈਗੇ ਆ, ਠੀਕ ਹੈ। ਸੋ ਕਹਿੰਦਾ ਕਿ ਇਹ ਰੈਕੋਗਨਾਈਜ਼ ਕੀਤੇ ਜਾਂਦੇ ਸੀਗੇ, ਹੈ ਨਾ। ਠੀਕ ਹੈ, ਸੋ ਵੀ ਕਲੀਅਰਲੀ ਰੈਕੋਗਨਾਈਜ਼ੇਬਲ ਆਰਗੇਨਿਜ਼ਮ ਜਿਹੜੇ ਆ ਪਹਿਲਾਂ ਨਹੀਂ ਸੀ ਪਤਾ ਲੱਗਦਾ, ਠੀਕ ਹੈ, ਕਿ ਪਲਾਂਟਸ ਜਿਹੜੇ ਆ ਅਤੇ ਐਨੀਮਲਸ ਕਿੰਨਾ ਨੇ ਬਣਨਾ ਹੈਗਾ। ਸ਼ੁਰੂ ਦੇ ਵਿੱਚ ਇਹਨਾਂ ਦੀ ਐਵੋਲੂਸ਼ਨ ਆਫ ਆਰਗੇਨਿਜ਼ਮ ਜਿਹੜੀ ਹੈ ਨਹੀਂ ਪਤਾ ਲੱਗ ਰਹੀ ਸੀ। 236 ਈਅਰਸ ਓਲਡ, ਇੰਨੀ ਪੁਰਾਣੀ ਹੋ ਚੁੱਕੀ ਹੈ। ਟੂ ਕਿੰਗਡਮ ਸਿਸਟਮ ਆਫ ਕਲਾਸੀਫਿਕੇਸ਼ਨ ਜਿਹੜੀ ਹੈ ਇਨਐਡੀਕੁਏਟ ਸੀਗੀ, ਅਨਸੈਟਿਸਫਾਈਡ ਸੀਗੀ, ਠੀਕ ਹੈ। ਸੋ ਇਹਦੇ ਤੋਂ ਨਹੀਂ ਸੀ ਪਤਾ ਲੱਗ ਰਿਹਾ, ਠੀਕ ਹੈ, ਵੀ ਆਰਗੇਨਿਜ਼ਮ ਜਿਹੜੇ ਹੈਗੇ ਉਹਨਾਂ ਦੀ ਐਵੋਲੂਸ਼ਨ ਕਿਸ ਤਰੀਕੇ ਦੇ ਨਾਲ ਹੋਈ ਹੈ, ਕਿੰਨਾ ਨੇ ਫਿਊਚਰ 'ਚ ਜਾ ਕੇ ਪਲਾਂਟ ਬਣਨਾ, ਕਿੰਨਾ ਨੇ ਫਿਊਚਰ 'ਚ ਜਾ ਕੇ ਐਨੀਮਲ ਬਣਨਾ। ਸੋ ਇਹ ਸੀ 6 ਡਰਾਬੈਕਸ ਆਫ ਟੂ ਸਿਸਟਮ ਕਿੰਗਡਮ ਆਫ ਕਲਾਸੀਫਿਕੇਸ਼ਨ। ਓਕੇ, ਹੁਣ ਆ ਜਾਈਏ 5 ਕਿੰਗਡਮ ਸਿਸਟਮ ਦੇ ਉੱਤੇ। ਵਿਟਕਰ ਨੇ ਦਿੱਤੇ ਸੀ, ਵਿਟਕਰ ਨੇ 5 ਕਿੰਗਡਮਸ ਦਿੱਤੀਆਂ ਸੀ, ਤੁਹਾਡੇ ਸਾਹਮਣੇ ਵੀ ਆ, ਚਾਰਟ ਵੀ ਤੁਹਾਨੂੰ ਭੇਜਿਆ ਹੋਇਆ, ਹੈ ਨਾ। ਉਹਨੇ ਹੁਣ ਕਿਸ ਬੇਸਿਸ ਦੇ ਉੱਤੇ ਇਹ 5 ਕਿੰਗਡਮਸ ਨੂੰ ਬਣਾਇਆ, ਕਿਹੜੇ ਕਰੈਕਟਰਿਸਟਿਕਸ ਨੂੰ ਧਿਆਨ ਦੇ ਵਿੱਚ ਰੱਖਿਆ ਆਰਗੇਨਿਜ਼ਮਸ ਦੇ। ਉਹਨੇ ਪਹਿਲਾਂ ਤਾਂ ਹਰ ਇੱਕ ਆਰਗੇਨਿਜ਼ਮ ਦਾ ਸੈੱਲ ਸਟਰਕਚਰ ਦੇਖਿਆ, ਹੈ ਨਾ। ਠੀਕ ਹੈ, ਵੀ ਉਹਨਾਂ ਦੇ ਅੰਦਰ ਜਿਹੜੇ ਸੈੱਲ ਹੈ ਪ੍ਰੋਕੈਰੀਓਟਿਕ ਹੈ ਕਿ ਯੂਕੈਰੀਓਟਿਕ ਹੈ,
ਬਹੁਤ ਇੰਪੋਰਟੈਂਟ ਮੈਨੂੰ ਲੱਗਦਾ ਤੁਹਾਡੇ ਟੀਚਰਸ ਵੀ ਜਿੱਥੇ ਤੁਸੀਂ 9th ਕੀਤੀ ਹੈ ਜ਼ਰੂਰ ਡਿਫਰੈਂਸ ਪਾਉਂਦੇ ਹੋਣਗੇ ਪ੍ਰੋਕੈਰੀਓਟਿਕ ਸੈੱਲ ਤੇ ਯੂਕੈਰੀਓਟਿਕ ਸੈੱਲ 'ਚ, ਨਹੀਂ ਤਾਂ ਆਪਣੀ 9th ਦੀਆਂ ਬੁੱਕਸ ਖੋਲ੍ਹ ਕੇ ਦੇਖ ਲਿਓ। ਪ੍ਰੋਕੈਰੀਓਟਿਕ ਫਿਰ ਉੱਪਰ ਵੀ ਦੱਸ ਕੇ ਆਈ ਹਾਂ, ਜਿਨ੍ਹਾਂ ਦੇ ਕੋਲ ਟ੍ਰਿਊ ਨਿਊਕਲੀਅਸ ਨਹੀਂ ਪ੍ਰੈਜ਼ੈਂਟ ਹੁੰਦਾ, ਯੂਕੈਰੀਓਟਿਕ ਜਿਨ੍ਹਾਂ ਦੇ ਕੋਲ ਟ੍ਰਿਊ ਨਿਊਕਲੀਅਸ ਪ੍ਰੈਜ਼ੈਂਟ ਹੁੰਦਾ। ਓਕੇ, ਫਿਰ ਉਹਨੇ ਕਿਸ ਬੇਸ ਦੇ ਉੱਤੇ ਆਰਗੇਨਿਜ਼ਮ ਨੂੰ ਕਲਾਸੀਫਾਈ ਕੀਤਾ ਵਿਟਕਰ ਨੇ? ਆਰਗੇਨਿਜ਼ਮਸ ਯੂਨੀਸੈਲੂਲਰ ਹੈ ਕਿ ਮਲਟੀ ਸੈਲੂਲਰ ਹੈ, ਸਿੰਗਲ ਸੈੱਲ ਦੇ ਬਣੇ ਹੋਏ ਆ ਕਿ ਮੋਰ ਦੈਨ ਵਨ ਸੈੱਲ ਦੇ ਬਣੇ ਹੋਏ ਆ, ਹੈ ਨਾ, ਠੀਕ ਹੈ। ਸੋ ਨੈਚੁਰਲੀ ਜਿਹੜੇ ਸਿੰਗਲ ਸੈਲਡ ਆਰਗੇਨਿਜ਼ਮ ਹੋਣਗੇ ਉਹ ਸਿੰਪਲ ਹੋਣਗੇ, ਮਲਟੀ ਸੈਲੂਲਰ ਜਿਹੜੇ ਹੈਗੇ ਕੰਪਲੈਕਸ ਆਰਗੇਨਿਜ਼ਮ ਹੋਣਗੇ। ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਯੂਨੀਸੈਲੂਲਰ ਆਰਗੇਨਿਜ਼ਮ ਤੋਂ ਹੀ ਮਲਟੀ ਸੈਲੂਲਰ ਆਰਗੇਨਿਜ਼ਮ ਬਣੇ ਆ। ਮੋਡ ਆਫ ਨਿਊਟ੍ਰੀਸ਼ਨ ਵਿਟਕਰ ਨੇ ਦੇਖਿਆ, ਠੀਕ ਹੈ ਵੀ ਆਰਗੇਨਿਜ਼ਮ ਜਿਹੜੇ ਆ ਉਹਨਾਂ ਦੇ ਵਿੱਚ ਦੋ ਤਰ੍ਹਾਂ ਦੀ ਨਿਊਟ੍ਰੀਸ਼ਨ ਹੋ ਸਕਦੀ ਹੈ, ਉਹ ਆਪਣਾ ਭੋਜਨ ਖੁਦ ਬਣਾ ਸਕਦੇ ਆ ਤੇ ਆਟੋਟ੍ਰੋਫਿਕ, ਨਹੀਂ ਬਣਾ ਸਕਦੇ ਆ ਤੇ ਹੈਟਰੋਟ੍ਰੋਫਿਕ। ਅੱਛਾ, ਜੇਕਰ ਆਟੋਟ੍ਰੋਫਿਕ ਹੈ ਤਾਂ ਉਹ ਆਪਣਾ ਭੋਜਨ ਕਿਸ ਤਰੀਕੇ ਦੇ ਨਾਲ ਬਣਾ ਸਕਦੇ ਆ? ਕੀਮੋਸਿੰਥੈਟਿਕ ਤੇ ਫੋਟੋਸਿੰਥੈਟਿਕ। ਓਕੇ, ਫੋਟੋਸਿੰਥੈਟਿਕ ਮੀਨਸ ਸਨਲਾਈਟ ਯੂਜ਼ ਕਰਕੇ, ਕੀਮੋਸਿੰਥੈਟਿਕ ਮੀਨਸ ਕਿੱਥੋਂ ਦੀ એનર્ਜੀ ਯੂਜ਼ ਕਰਕੇ? ਕੈਮੀਕਲਸ ਤੋਂ, ਠੀਕ ਹੈ। ਸੋ ਕੈਮੀਕਲ ਕੰਪਾਊਂਡਸ ਤੋਂ ਜਿਹੜੀ એનર્ਜੀ ਨਿਕਲਦੀ ਹੈ ਉਹਨੂੰ ਯੂਜ਼ ਕਰਕੇ ਆਪਣਾ ਭੋਜਨ ਬਣਾ ਸਕਦੇ ਆ। ਫਿਰ ਉਹਨੇ ਕਿਹਾ ਕਿ ਹੈਟਰੋਟ੍ਰੋਫਿਕ ਆਰਗੇਨਿਜ਼ਮ ਵੀ ਉਹਨੂੰ ਲੱਗਿਆ ਕਿ ਦੋ ਤਰ੍ਹਾਂ ਦੇ ਹੋ ਸਕਦੇ ਆ, ਹੋਲੋਜੋਇਕ ਤੇ ਐਬਜ਼ੌਰਪਟਿਵ। ਹੋਲੋਜੋਇਕ ਤੁਹਾਨੂੰ ਪਤਾ ਸੋਲਿਡ ਫੂਡ ਖਾਣ ਵਾਲੇ, ਐਬਜ਼ੌਰਪਟਿਵ ਜਾਂ ਫਿਰ ਸੈਪਰੋਫਿਟਿਕ ਮਤਲਬ ਡੈਡ ਆਰਗੇਨਿਜ਼ਮਸ ਤੋਂ ਫੂਡ ਲੈਣ ਵਾਲੇ। ਚੌਥਾ ਤੁਹਾਡੇ ਕੋਲ ਆ ਗਿਆ, ਵਿਟਕਰ ਨੇ ਕੀ ਧਿਆਨ ਦੇ ਵਿੱਚ ਰੱਖਿਆ? ਫਾਈਲੋਜੈਨੇਟਿਕ ਰਿਲੇਸ਼ਨਸ਼ਿਪ। ਓਕੇ, ਸੋ ਫਸਟ ਚੈਪਟਰ ਦੇ ਵਿੱਚ ਵੀ ਦੱਸਿਆ ਸੀ ਫਾਈਲੋਜੈਨੀ ਕੀ ਹੁੰਦੀ ਹੈ, ਕਿਸੇ ਵੀ ਆਰਗੇਨਿਜ਼ਮ ਦੀ ਲਾਈਫ ਹਿਸਟਰੀ। ਪਰ ਹੁਣ ਇਹ ਹੈ ਕਿ ਹਰ ਇੱਕ ਆਰਗੇਨਿਜ਼ਮ ਦੀ ਜਿਹੜੀ ਲਾਈਫ ਹਿਸਟਰੀ ਹੈ ਨਾ ਤੁਹਾਨੂੰ ਕਲੀਅਰ ਨਹੀਂ ਹੋਏਗੀ। ਉਹਦੇ ਲਈ ਕੀ ਹੈ ਕਿ ਤੁਹਾਨੂੰ ਫੋਸਿਲ ਰਿਕਾਰਡ ਦੇਖਣਾ ਪਏਗਾ, ਪਰ ਹੁਣ ਫੋਸਿਲ ਰਿਕਾਰਡ ਵੀ ਹਰ ਇੱਕ ਆਰਗੇਨਿਜ਼ਮ ਦਾ ਕੰਪਲੀਟ ਨਹੀਂ ਨਾ ਹੋ ਸਕਦਾ, ਠੀਕ। ਸੋ ਇਸ ਕਰਕੇ ਫਾਈਲੋਜੈਨੇਟਿਕ ਰਿਲੇਸ਼ਨਸ਼ਿਪਸ ਨੂੰ ਹੀ ਪਹਿਲਾਂ ਲੱਗਿਆ ਕਿ ਫੋਸਿਲ ਫਿਊਲਸ ਜਾਂ ਫਿਰ ਹੋਰ ਬਹੁਤ ਸਾਰੇ ਕਰੈਕਟਰਿਸਟਿਕਸ ਜਿਵੇਂ ਕਿ ਮੋਰਫੋਲੋਜੀ, ਸਾਈਟੋਲੋਜੀ, ਜੈਨੇਟਿਕਸ, ਸੈੱਲ ਸਟਰਕਚਰ ਦੇਖ ਕੇ ਤੁਸੀਂ ਮਤਲਬ ਆਰਗੇਨਿਜ਼ਮਸ ਨੂੰ ਕਲਾਸੀਫਾਈ ਕਰ ਸਕਦੇ ਹੋ। ਮੋਰਫੋਲੋਜੀ ਬਾਹਰੋਂ ਦੀ ਸਟਰਕਚਰ ਦੇਖ ਕੇ ਤੁਸੀਂ ਆਰਗੇਨਿਜ਼ਮਸ ਨੂੰ ਕਲਾਸੀਫਾਈ ਕਰ ਸਕਦੇ ਹੋ। ਪਰ ਬਾਅਦ ਦੇ ਵਿੱਚ ਦੇਖਿਆ ਗਿਆ ਕਿ ਨਹੀਂ, ਆਰਗੇਨਿਜ਼ਮ ਦੀ ਜਿਹੜੀ ਐਵੋਲੂਸ਼ਨਰੀ ਹਿਸਟਰੀ ਹੈ ਨਾ ਉਹ ਕਿੱਥੋਂ ਆਇਆ, ਉਹਦੇ ਐਂਸੈਸਟਰਸ ਕੌਣ ਸੀਗੇ, ਕਿੱਦਾਂ ਦੇ ਸੀਗੇ। ਸੋ ਉਹਨੂੰ ਦੇਖ ਕੇ, ਠੀਕ ਹੈ, ਵਿਟਕਰ ਨੇ 5 ਤਰ੍ਹਾਂ ਦੀਆਂ ਕਿੰਗਡਮਸ ਦਿੱਤੀਆਂ। ਓਕੇ, ਜਸਟੀਫਿਕੇਸ਼ਨ ਦੇ ਵਿੱਚ ਵੀ ਕੀ ਹੈ, ਉਹੀ 6 ਪੁਆਇੰਟ ਜਿਹੜੀਆਂ ਕਮੀਆਂ ਸੀਗੀਆਂ ਉਹ ਇਹਦੀ ਜਸਟੀਫਿਕੇਸ਼ਨ ਬਣ ਗਿਆ ਵੀ ਠੀਕ ਹੈ। ਉਹਨੇ ਬੈਕਟੀਰੀਆ ਨੂੰ ਵੀ ਅਲੱਗ ਕਿੰਗਡਮ ਦੇ ਵਿੱਚ ਰੱਖ ਦਿੱਤਾ, ਉਹਨੇ ਫੰਜਾਈ ਨੂੰ ਵੀ ਅਲੱਗ ਕਿੰਗਡਮ ਦੇ ਵਿੱਚ ਰੱਖ ਦਿੱਤਾ, ਹੈ ਨਾ। ਜਿੱਦਾਂ ਮੈਂ ਤੁਹਾਨੂੰ ਡਰਾਬੈਕ ਪੜ੍ਹਾਇਆ 2 ਕਿੰਗਡਮ ਦਾ ਵੀ ਉੱਥੇ ਕਲੀਅਰ ਹੀ ਨਹੀਂ ਸੀਗਾ, ਠੀਕ ਹੈ, ਵੀ ਜਿਹੜੇ ਲੋਅਰ ਆਰਗੇਨਿਜ਼ਮਸ ਇਹਨਾਂ ਵਿੱਚੋਂ ਦੀ ਕਿਹੜੇ ਹੈ ਜਿਨ੍ਹਾਂ ਨੇ ਕੱਲ੍ਹ ਨੂੰ ਪਲਾਂਟ ਬਣਨਾ, ਕਿਹੜੇ ਆ ਜਿਨ੍ਹਾਂ ਨੇ ਕੱਲ੍ਹ ਨੂੰ ਐਨੀਮਲ ਬਣਨਾ, ਉਹ ਕਲੀਅਰ ਹੀ ਨਹੀਂ ਸੀ ਕਰ ਪਾ ਰਹੇ। ਪਰ ਇਸ ਕਿੰਗਡਮ ਦੇ ਵਿੱਚ ਇਹ ਸਭ ਕੁਝ ਹੋਇਆ, ਹੈ ਨਾ, ਠੀਕ ਹੈ। ਸੋ 5 ਕਿੰਗਡਮ ਜਿਹੜੀ ਕਲਾਸੀਫਿਕੇਸ਼ਨ ਜਿਹੜੀ ਸੀਗੀ ਉਹਨੇ ਤੁਹਾਨੂੰ ਦੱਸਿਆ ਵੀ ਬਹੁਤ ਸਾਰੇ ਫਾਈਲੋਜੈਨੇਟਿਕ ਰੀਜ਼ਨੇਬਲ ਜਿਹੜੇ ਕਰੈਕਟਰਸ ਸੀਗੇ ਫਾਈਲੋਜੈਨੇਟਿਕ ਰਿਲੇਸ਼ਨਸ਼ਿਪ ਦੇ ਬੇਸਿਸ ਦੇ ਉੱਤੇ ਐਵੋਲੂਸ਼ਨ ਨੂੰ ਐਕਸਪਲੇਨ ਕੀਤਾ, ਠੀਕ ਹੈ, ਕਲੀਅਰ ਕੀਤਾ ਵੀ ਹਾਂਜੀ ਜੀ ਇਹਨਾਂ ਨੇ ਫਿਊਚਰ 'ਚ ਪਲਾਂਟ ਬਣਨਾ, ਇਹਨਾਂ ਨੇ ਫਿਊਚਰ 'ਚ ਐਨੀਮਲ ਬਣਨਾ ਹੈਗਾ। ਸੈਲੂਲਰ ਆਰਗੇਨਾਈਜੇਸ਼ਨ ਦੇ ਉੱਤੇ ਬੇਸਡ ਹੈ, ਹੁਣੇ ਅਸੀਂ ਪੁਆਇੰਟ ਪੜ੍ਹ ਕੇ ਆਏ ਹਾਂ ਨਾ ਵੀ 5 ਕਿੰਗਡਮ ਸਿਸਟਮ ਕਾਹਦੇ ਉੱਤੇ ਬੇਸਡ ਹੈ? ਸੈੱਲ ਦੇ ਸਟਰਕਚਰ ਦੇ ਉੱਤੇ, ਮੋਡ ਆਫ ਨਿਊਟ੍ਰੀਸ਼ਨ ਦੇ ਉੱਤੇ। ਇਹ ਸਾਰੀਆਂ ਗੱਲਾਂ ਕਲੀਅਰ ਕੀਤੀਆਂ 5 ਕਿੰਗਡਮ ਨੇ। ਪਰ ਇਹ ਨਾ ਸੋਚਿਓ ਕਿ ਵੀ ਇਹਦੇ ਵਿੱਚ ਕੋਈ ਕਮੀਆਂ ਨਹੀਂ ਹੋਣਗੀਆਂ, ਇਹਦੇ ਵਿੱਚ ਵੀ ਡਰਾਬੈਕਸ ਹੈਗੇ ਆ, ਕਰਾਂਗੇ ਅਸੀਂ ਅੱਗੇ। ਓਕੇ, ਆਜੋ ਫਿਰ ਹੁਣ ਤੁਹਾਨੂੰ ਮੈਂਬਰਸ ਦੱਸ ਦਈਏ। ਰਿਪਰੈਜ਼ੈਂਟੇਟਿਵ ਕੌਣ ਹੈ 5 ਕਿੰਗਡਮਸ ਦੇ ਵਿੱਚ, ਕਿੰਨਾ ਨੇ ਆਉਣਾ ਹੈ? ਓਕੇ, ਸੋ ਇੱਥੇ ਤੁਹਾਨੂੰ ਨਵੀਆਂ ਗੱਲਾਂ ਸਿੱਖਣ ਲਈ ਮਿਲਣਗੀਆਂ ਜਿਹੜੀ ਕਦੇ ਨਹੀਂ ਸੁਣੀਆਂ ਹੋਣੀਆਂ। ਓਕੇ, 10th ਦੇ ਵਿੱਚ ਕੋਈ ਐਕਸਪਲੇਨੇਸ਼ਨ ਨਹੀਂ ਹੈ। ਸੋ ਜਿਹੜੇ ਪੁਰਾਣੇ ਬੈਕਟੀਰੀਆ, ਐਂਸ਼ੀਐਂਟ ਬੈਕਟੀਰੀਆ ਹੁੰਦੇ ਆ, ਹੈ ਨਾ, ਠੀਕ ਹੈ। ਸੋ ਉਹਨਾਂ ਨੂੰ ਕੀ ਕਿਹਾ ਜਾਂਦਾ? ਆਰਕੀ ਬੈਕਟੀਰੀਆ। ਜਿਹੜੇ ਯੂ ਬੈਕਟੀਰੀਆ, ਜਿਹੜੇ ਟਰੂ ਬੈਕਟੀਰੀਆ, ਅਸਲੀ ਦੇ ਵਿੱਚ ਜਿਹੜੇ ਬੈਕਟੀਰੀਆ ਹੁੰਦੇ ਆ ਨਾ ਉਹਨਾਂ ਨੂੰ ਟਰੂ ਬੈਕਟੀਰੀਆ ਕਿਹਾ ਜਾਂਦਾ। ਸਾਈਨੋ ਬੈਕਟੀਰੀਆ ਕਿਹੜੇ ਹੋ ਜਾਂਦੇ ਆ? ਬਲੂ ਗ੍ਰੀਨ ਐਲਗੀ ਵਾਲੇ ਹੋ ਜਾਂਦੇ ਆ, ਠੀਕ ਹੈ। ਇਸੇ ਤਰੀਕੇ ਦੇ ਨਾਲ ਪ੍ਰੋਟਿਸਟਾ ਦੇ ਵਿੱਚ ਕੌਣ ਆ ਜਾਂਦੇ ਆ? ਐਲਗਾ, ਫਲੈਜੀਲੇਟਸ, ਡਾਇਨੋਫਲੈਜੀਲੇਟਸ, ਡਾਈਟਮਸ। ਦੇਖੋ ਕਿਸ ਤਰ੍ਹਾਂ ਦੇ ਨੇਮ ਹੈ, ਕੋਈ ਗੱਲ ਨਹੀਂ, ਆਪੇ ਸਮਝ ਆ ਜਾਣਾ। ਵਾਟਰ ਮਾਊਲਡਸ, ਸਲਾਈਮ ਮਾਊਲਡਸ, ਇਹ ਸਾਰੇ ਉੱਦਾਂ ਐਲਗੀ ਹੈ। ਉਹਨੇ ਕਿਹਾ ਬਟ ਪ੍ਰੋਟਿਸਟੀਅਨ ਐਲਗੀ, ਇਹ ਉਹ ਵਾਲੀ ਐਲਗੀ ਨਹੀਂ ਹੈਗੀ, ਹੈ ਨਾ, ਠੀਕ ਹੈ। ਸੋ ਪ੍ਰੋਟਿਸਟੀਅਨ ਐਲਗੀ ਹੈ, ਸਮਝਦੇ? ਯੂਗਲੀਨਾ ਪੜ੍ਹਾਇਆ ਸੀ ਤੁਹਾਨੂੰ ਹੁਣੇ ਪਿੱਛੇ, ਕਲੀਅਰ ਨਹੀਂ ਹੈ ਪਲਾਂਟ ਹੈ ਕਿ ਐਨੀਮਲ ਹੈ, ਸਮਝਦੇ ਪਿਓ ਨਾ, ਠੀਕ ਹੈ। ਸੋ ਫਲੈਜੈਲਾ ਇਹਨਾਂ ਦੇ ਕੋਲ ਵੀ ਪ੍ਰੈਜ਼ੈਂਟ ਹੈ, ਡਾਈਟਮਸ ਵੀ ਇਹਨਾਂ ਦੇ ਵਿੱਚ ਹੀ ਆ ਜਾਂਦੇ। ਯੂਨੀਸੈਲੂਲਰ ਪਲਾਂਟਸ ਪ੍ਰੋਟਿਸਟਾ ਕਿੰਗਡਮ 'ਚ ਆ ਗਏ। ਫੰਜਾਈ ਇਹ 'ਚ ਯੀਸਟ, ਮਾਊਲਡਸ, ਮਸ਼ਰੂਮ, ਓਕੇ, ਪਫਬਾਜ਼, ਬ੍ਰੈਕਟ, ਫੰਜਾਈ, ਰਸਟ, ਮਿਲਡਿਊ। ਪਲਾਂਟੀ ਦੇ ਵਿੱਚ ਕੌਣ ਆ ਜਾਂਦਾ? ਐਲਗੀ, ਲੀਵਰਵਰਟਸ, ਮੋਸਿਸ, ਫਰਨਸ, ਕੋਨੀਫਰਸ, ਫਲਾਵਰਿੰਗ ਪਲਾਂਟਸ। ਓਕੇ, ਇਹ ਸਾਰੇ ਕਿੰਗਡਮ ਪਲਾਂਟੀ 'ਚ ਆਉਂਦੇ ਆ। ਐਨੀਮੀਲੀਆ 'ਚ ਕਿਹੜੇ ਜਾਨਵਰ ਆ ਜਾਣਗੇ? ਹੁਣ ਆ ਦੇਖ ਰਹੇ ਹੋ ਇੱਥੇ ਮੈਂ ਕਿਹਾ ਪ੍ਰੋਟਿਸਟੀਅਨ ਐਲਗੀ, ਤਾਂ ਹੀ ਮੈਂ ਕਿਹਾ ਸੀਗਾ ਕਿ ਉਹ ਵਾਲੀ ਐਲਗੀ ਨਹੀਂ ਹੈ, ਠੀਕ ਹੈ। ਜਿਹੜੀ ਪਲਾਂਟਸ ਵਾਲੀ ਐਲਗੀ ਹੈ, ਜਿਹੜੀ ਤੁਸੀਂ ਛੱਪੜਾਂ ਦੇ ਵਿੱਚ ਉੱਗੀ ਹੋਈ ਦੇਖਦੇ ਹੋ, ਕਾਈ, ਪੰਜਾਬੀ 'ਚ ਇਹਨੂੰ ਕੀ ਕਹਿੰਦੇ? ਐਲਗੀ ਨੂੰ ਕਾਈ,
ਓਕੇ, ਠੀਕ ਹੈ ਨਾ। ਫੰਗਸ ਨੂੰ ਅਸੀਂ ਕਹਿੰਦੇ ਨੇ ਉੱਲੀ, ਸਮਝਦੇ ਹੋ, ਠੀਕ ਹੈ। ਸੋ ਹਰੇ ਰੰਗ ਦੀ ਜਿਹੜੀ ਕਾਈ ਲੱਗੀ ਹੁੰਦੀ ਹੈ ਨਾ ਛੱਪੜਾਂ ਦੇ ਵਿੱਚ, ਹੈ ਨਾ, ਜਾਂ ਕਿਤੇ ਵੀ ਜਿੱਥੇ ਜਗ੍ਹਾ ਸਿੱਲੀ ਰਹਿੰਦੀ ਹੈ, ਮੋਇਸਟ ਵਾਲਸ, ਕੰਧਾਂ ਦੇ ਉੱਤੇ ਵੀ ਲੱਗ ਜਾਂਦੀ ਹੈ ਐਲਗੀ, ਹੈ ਨਾ। ਇਹ ਪਲਾਂਟੀ 'ਚ ਆ ਰਹੇ ਆ। ਐਨੀਮੀਲੀਆ ਦੇ ਵਿੱਚ, ਠੀਕ ਹੈ, ਕਿਹੜੇ ਕਿਹੜੇ ਐਨੀਮਲ ਆ ਰਹੇ ਨੇ, ਓਕੇ। ਸਪੌਂਜਿਸ, ਕਨਾਈਡੇਰੀਅਨਸ, ਵਰਮਸ, ਆਰਥਰੋਪੋਡ, ਮੋਲਸਿਸ, ਅਕਾਈਨੋਡਰਮਸ, ਲੋਅਰ ਕੋਰਡੇਟਸ, ਫਿਸ਼ਿਜ਼, ਐਂਫੀਬੀਅਨਸ, ਰਿਪਟਾਈਲਸ, ਬਰਡਸ, ਮੈਮਲਸ। ਕੋਈ ਗੱਲ ਨਹੀਂ, ਤੁਸੀਂ ਸਿਰਫ ਸਮਝਣਾ ਹੈ। ਯਾਦ ਤਾਂ ਆਪਾਂ ਉਹੀ ਕੁਐਸਚਨ ਕਰਨੇ ਆ ਜਿਹੜੇ ਮੈਂ ਭੇਜਦੀ ਹਾਂ, ਉਹਨਾਂ ਨੂੰ ਹੀ ਸਿਰਫ ਯਾਦ ਕਰਨਾ ਸ਼ੁਰੂ ਕਰੋ, ਓਕੇ। ਡਰਾਬੈਕ, ਹੁਣ ਕੀ ਕਮੀਆਂ ਰਹੀਆਂ 5 ਕਿੰਗਡਮ ਕਲਾਸੀਫਿਕੇਸ਼ਨ 'ਚ ਵੀ ਕੀ ਕਮੀਆਂ ਰਹੀਆਂ। ਉਹ ਕਹਿੰਦਾ ਕਿ ਜਿਹੜੀ ਕਿੰਗਡਮ ਮੋਨੀਰਾ ਸੀ ਅਤੇ ਪ੍ਰੋਟਿਸਟਾ ਸੀ ਨਾ, ਉਹਨਾਂ ਦੇ ਵਿੱਚ ਦੋਨਾਂ ਦੇ ਵਿੱਚ ਨਾ, ਇਹਨਾਂ ਦੋਨੋਂ ਕਿੰਗਡਮਸ ਦੇ ਵਿੱਚ ਲੱਗਿਆ ਕਿ ਆਪਸ 'ਚ ਰਿਲੇਸ਼ਨਸ਼ਿਪ ਹੈਗਾ ਹੈ, ਇਹ ਮਿਲਦੀਆਂ ਜੁਲਦੀਆਂ ਹੀ ਹੈ। ਇਹਨਾਂ ਦੋਨਾਂ ਦੇ ਹੀ ਕੁਝ ਮੈਂਬਰ ਫੋਟੋਸਿੰਥੈਟਿਕ ਵੀ ਹੈ, ਕੁਝ ਨੋਨ ਫੋਟੋਸਿੰਥੈਟਿਕ ਵੀ ਹੈ, ਨਹੀਂ, ਕਈਆਂ ਦੇ ਕੋਲ ਸੈੱਲ ਵਾਲ ਵੀ ਹੈਗੀ ਹੈ, ਕਈਆਂ ਦੇ ਕੋਲ ਸੈੱਲ ਵਾਲ ਨਹੀਂ ਵੀ ਹੈ। ਫਿਰ ਵੀ ਇਹਨਾਂ ਔਰਗੇਨਿਜ਼ਮਸ ਨੂੰ ਦੋਨੋਂ ਅਲੱਗ-ਅਲੱਗ ਕਿੰਗਡਮਸ ਦੇ ਵਿੱਚ ਕਿਉਂ ਰੱਖਿਆ ਗਿਆ। ਦੂਸਰਾ ਪੁਆਇੰਟ ਮੈਂ ਉੱਪਰ ਪੜ੍ਹਾ ਕੇ ਆਈ ਹਾਂ ਵੀ ਇਸ ਸਿਸਟਮ ਆਫ ਕਲਾਸੀਫਿਕੇਸ਼ਨ ਦੇ ਵਿੱਚ ਫਾਈਲੋਜੈਨੇਟਿਕ ਰਿਲੇਸ਼ਨਸ਼ਿਪ ਦੇ ਉੱਤੇ ਬਹੁਤ ਜ਼ੋਰ ਦਿੱਤਾ ਗਿਆ, ਪਰ ਜਿਹੜੇ ਲੋਅਰ ਔਰਗੇਨਿਜ਼ਮ ਹੁੰਦੇ ਆ ਉਹਨਾਂ 'ਚ ਤਾਂ ਨਜ਼ਰ ਹੀ ਨਹੀਂ ਆਉਂਦਾ ਫਾਈਲੋਜੈਨੇਟਿਕ ਰਿਲੇਸ਼ਨਸ਼ਿਪ, ਹੈ ਨਾ। ਜਿਵੇਂ ਕਿ ਗ੍ਰੀਨ ਐਲਗੀ ਅਤੇ ਕੁਛ ਜਿਹੜੇ ਫੋਟੋਸਿੰਥਸਿਸ ਕਰਨ ਵਾਲੇ ਜਿਹੜੇ ਬੈਕਟੀਰੀਆ ਹੈਗੇ ਆ, ਉਹ ਪਾਣੀ ਤੋਂ ਹਾਈਡਰੋਜਨ ਨਹੀਂ ਲੈਂਦੇ, ਸਮਝਦੇ ਪਏ ਗੱਲ ਨੂੰ। ਹਾਈਡਰੋਜਨ ਦੀ ਜ਼ਰੂਰਤ ਹੈ ਉਹਨਾਂ ਨੂੰ, ਪਰ ਉਹ ਪਾਣੀ ਤੋਂ ਨਹੀਂ ਲੈਂਦੇ ਹਾਈਡਰੋਜਨ, ਉਹ ਕਿਸੇ ਹੋਰ ਸੋਰਸ ਤੋਂ ਲੈ ਲੈਂਦੇ ਆ। ਤਾਂ ਕਹਿਣ ਦਾ ਮਤਲਬ ਕੀ ਹੈ ਕਿ ਵੀ ਗ੍ਰੀਨ ਐਲਗੀ ਅਤੇ ਫੋਟੋਸਿੰਥੈਟਿਕ ਬੈਕਟੀਰੀਆ ਦਾ ਇਹ ਕਰੈਕਟਰ ਤਾਂ ਸੇਮ ਹੈ, ਪਰ ਤਾਂ ਵੀ ਇਹਨਾਂ ਨੂੰ ਅਲੱਗ-ਅਲੱਗ ਕਿੰਗਡਮ 'ਚ ਕਿਉਂ ਰੱਖ ਦਿੱਤਾ ਗਿਆ, ਇਹ ਨਹੀਂ ਪਤਾ ਚੱਲ ਪਾਇਆ। ਅੱਛਾ, ਇਸੇ ਤਰੀਕੇ ਦੇ ਨਾਲ ਕਹਿੰਦੇ ਕਿ ਜਿਹੜੇ ਪ੍ਰੋਟਿਸਟ ਹੁੰਦੇ ਆ ਨਾ, ਮੈਂ ਇੱਥੇ ਇੱਦਾਂ ਨਹੀਂ ਬੋਲਣਾ ਚਾਹੁੰਦੀ, ਤੁਸੀਂ ਕਨਫਿਊਜ਼ ਹੋ ਜਾਣਾ ਕਿ ਹਾਏ ਆਹ ਕੀ ਔਖਾ ਜਿਹਾ ਸ਼ਬਦ ਹੈ। ਇੱਥੇ ਲਿਖਿਆ ਹੋਇਆ ਮੈਨੀ ਡਿਫਰੈਂਟ ਪ੍ਰੋਟਿਸਟੀਅਨ ਲਾਈਨਸ, ਹੈ ਨਾ। ਸਿੱਧੀ ਜੀ ਗੱਲ ਬਈ, ਜਿਹੜੇ ਪ੍ਰੋਟਿਸਟੀਅਨ, ਜਿਹੜੇ ਪ੍ਰੋਟਿਸਟਾ ਕਿੰਗਡਮ ਹੈਗੀ ਆ, ਉਹਦੇ ਤੋਂ ਬਹੁਤ ਸਾਰੇ ਮਲਟੀ ਸੈਲੂਲਰ ਔਰਗੇਨਿਜ਼ਮਸ ਪ੍ਰੋਡਿਊਸ ਕੀਤੇ ਜਾ ਸਕਦੇ ਆ, ਹੈ ਨਾ। ਇਹਦਾ ਮਤਲਬ ਇਹ ਕਿ ਵੀ ਅਸੀਂ ਕੀ ਕਹਿਣਾ ਚਾਹ ਰਹੇ ਹਾਂ ਵੀ ਉਹਨਾਂ ਦਾ ਇੱਕੋ ਹੀ ਐਨਸੈਸਟਰ ਹੁੰਦਾ, ਪਰ ਜਦ ਕਿ, ਹੈ ਨਾ, ਮਲਟੀ ਸੈਲੂਲਰ ਜਿਹੜੇ ਔਰਗੇਨਿਜ਼ਮਸ ਪੈਦਾ ਹੋਏ ਆ ਨਾ ਪ੍ਰੋਟਿਸਟ ਤੋਂ, ਹੈ ਨਾ, ਸੋ ਉਹ ਕੀ ਹੈ, ਬੜੀ ਵਾਰੀ ਪੈਦਾ ਹੋਏ ਹੈ। ਇਹਦਾ ਮਤਲਬ ਕਿ ਇਹ ਕਿੰਗਡਮ ਕੀ ਹੈਗੀ ਆ, ਹੈ ਨਾ, ਪੋਲੀਫਾਈਲੈਕਟਿਕ ਹੈਗੀ ਹੈ, ਸਮਝਦੇ ਪਏ ਹੋ। ਜਿੱਥੇ ਮਲਟੀ ਸੈਲੂਲਰ ਔਰਗੇਨਿਜ਼ਮ ਜਿਹੜੇ ਹੈਗੇ ਪ੍ਰੋਟਿਸਟੀਅਨ ਤੋਂ ਪੈਦਾ ਹੋ ਰਹੇ ਆ, ਇਹਨਾਂ ਦਾ ਮਤਲਬ ਕਿ ਇਹ ਕਿੰਗਡਮ ਪ੍ਰੋਟਿਸਟਾ ਦੇ ਵਿੱਚ ਜਿੰਨੇ ਵੀ ਮੈਂਬਰ, ਉਹਨਾਂ ਦਾ ਇੱਕ ਐਨਸੈਸਟਰ ਨਹੀਂ ਹੈ, ਉਹਨਾਂ ਦੇ ਇੱਕ ਨਾਲੋਂ ਜ਼ਿਆਦਾ ਐਨਸੈਸਟਰਸ ਹੈ। ਇਹ ਗੱਲ ਵੀ ਕਲੀਅਰ ਨਹੀਂ ਕਰ ਪਾਇਆ 5 ਕਿੰਗਡਮ ਸਿਸਟਮ, ਓਕੇ। ਅੱਛਾ, ਯਾਦ ਹੈ ਪਿੱਛੇ ਵੀ ਦੱਸਿਆ ਸੀ ਕਲਮਾਈਡੋਮੋਨਸ, ਗ੍ਰੀਨ ਐਲਗਾ, ਠੀਕ ਹੈ, ਵੋਲਵੋਕਸ ਵਗੈਰਾ, ਹੈ ਨਾ, ਠੀਕ ਹੈ। ਸੋ ਇਹਨਾਂ ਨੂੰ ਕਿੰਗਡਮ ਪ੍ਰੋਟਿਸਟਾ 'ਚ ਕਿਉਂ ਨਹੀਂ ਰੱਖਿਆ ਗਿਆ, ਜਦ ਕਿ ਇਹਨਾਂ ਦਾ ਸਟਰਕਚਰ ਤਾਂ ਹੋਰ ਬਹੁਤ ਸਾਰੇ ਐਲਗੀ ਜਿਹੜੇ ਸੀਗੇ ਉਹਨਾਂ ਨਾਲ ਮਿਲਦਾ ਜੁਲਦਾ ਸੀ, ਪਰ ਇਹਨਾਂ ਨੂੰ ਕਿੰਗਡਮ ਐਲਗੀ 'ਚ ਕਿਉਂ ਨਹੀਂ, ਪਲਾਂਟੀ 'ਚ ਕਿਉਂ ਨਹੀਂ ਰੱਖਿਆ ਗਿਆ। ਸਿੱਧੀ ਜਿਹੀ ਗੱਲ ਵੀ, ਐਲਗੀ ਦੇ ਵਿੱਚ ਕਿਉਂ ਨਹੀਂ ਰੱਖਿਆ ਗਿਆ ਇਹਨਾਂ ਨੂੰ, ਕਲਮਾਈਡੋਮੋਨਸ ਅਤੇ ਵੋਲਵੋਕਸ ਨੂੰ, ਓਕੇ। ਇਹਨੂੰ ਪ੍ਰੋਟਿਸਟਾ ਦੇ ਵਿੱਚ ਜਿਹੜਾ ਹੈਗਾ, ਠੀਕ ਹੈ, ਸੋ ਇਨਕਲੂਡ ਕਿਉਂ ਨਹੀਂ ਕੀਤਾ ਗਿਆ, ਠੀਕ ਹੈ। ਸੋ ਅੱਗੇ ਤੁਹਾਡੇ ਕੋਲ ਆ ਜਾਂਦੇ ਸਲਾਈਮ ਮਾਊਲਸ, ਹੈ ਨਾ। ਸੋ ਸਲਾਈਮ ਮਾਊਲਸ ਜਿਹੜੇ ਹੈਗੇ ਆ, ਇਹ ਪ੍ਰੋਟਿਸਟ ਤੋਂ ਬਿਲਕੁਲ ਡਿਫਰੈਂਟ ਹੈਗੇ ਆ, ਹੈ ਨਾ, ਠੀਕ ਹੈ। ਜਿਹੜੇ ਸਲਾਈਮ ਮਾਊਲਸ ਹੈ ਇਸ ਪ੍ਰੋਟਿਸਟ ਤੋਂ ਤਾਂ ਬਿਲਕੁਲ ਡਿਫਰੈਂਟ ਹੈਗੇ ਆ, ਪਰ ਫਿਰ ਵੀ ਆ ਦੇਖੋ, ਹੈ ਨਾ। ਸੋ ਇਹਨਾਂ ਨੂੰ ਜਿਹੜੀ ਹੈਗੀ ਹੈ ਮਾਊਲਸ, ਸਲਾਈਮ ਮਾਊਲਸ, ਇਹਨਾਂ ਨੂੰ ਕਿੰਗਡਮ ਪ੍ਰੋਟਿਸਟਾ ਦੇ ਵਿੱਚ ਕਿਉਂ ਰੱਖ ਦਿੱਤਾ ਗਿਆ, ਇਸ ਤਰੀਕੇ ਦੇ ਨਾਲ, ਠੀਕ ਹੈ। ਸੋ ਜਿੱਥੇ ਅੱਛੇ ਪੁਆਇੰਟਸ ਵੀ, ਅੱਛੇ ਪੁਆਇੰਟ ਦਾ ਮਤਲਬ ਹੈਗਾ ਵੀ ਕਾਫੀ ਪੁਆਇੰਟ ਅਸੈਪਟੇਬਲ ਹੈਗੇ ਆ, ਕੁਝ ਪੁਆਇੰਟ ਜਿਹੜੇ ਹੈਗੇ ਆ ਉਹ ਅਸੈਪਟ ਨਹੀਂ ਹੋ ਰਹੇ ਆ। ਇਸ ਤੋਂ ਬਾਅਦ ਅਸੀਂ ਡਿਟੇਲ ਦੇ ਵਿੱਚ ਸ਼ੁਰੂ ਕਰਾਂਗੇ ਕਿੰਗਡਮ ਮੋਨੀਰਾ। ਜੇਕਰ ਕੋਈ ਪੁਆਇੰਟ ਤੁਹਾਨੂੰ ਨਹੀਂ ਸਮਝ ਆਇਆ, ਉਹ ਤੁਸੀਂ ਮੈਨੂੰ ਫੋਨ ਕਰਕੇ ਪੁੱਛ ਸਕਦੇ ਹੋ, ਮੈਡਮ ਕਿ ਇਸ ਪੁਆਇੰਟ ਦਾ ਕੀ ਮਤਲਬ ਹੈ, ਮੈਨੂੰ ਸਮਝ ਨਹੀਂ ਆਇਆ, ਓਕੇ ਬੱਚੇ। ਸੋ ਤੁਹਾਡੀ ਪ੍ਰੋਬਲਮਸ ਦਾ ਹੱਲ ਹੋ ਜਾਏਗਾ। ਮੈਨੂੰ ਵੀ ਪਤਾ ਕਿ ਔਨਲਾਈਨ ਪੜ੍ਹਾ ਰਹੇ ਹਾਂ, ਬਹੁਤ ਜ਼ਿਆਦਾ ਡਿਟੇਲ 'ਚ ਹੈ, ਠੀਕ ਹੈ। ਸੋ ਫਿਜ਼ਿਕਸ ਕੈਮਿਸਟਰੀ ਜਿਹੜੀ ਹੈ ਉਹ ਡਿਫਰੈਂਟ ਸਬਜੈਕਟ ਹੈਗੇ ਆ, ਉਹ ਅਲੱਗ ਤਰ੍ਹਾਂ ਦੇ ਸਬਜੈਕਟ ਹੈ, ਬਾਇਓ ਅਲੱਗ ਤਰ੍ਹਾਂ ਦਾ ਸਬਜੈਕਟ ਹੈ। ਇੰਨੀ ਥਿਊਰੀ ਆ ਨਾ, ਮੈਨੂੰ ਬੋਲਣੀ ਪੈ ਰਹੀ ਹੈ। ਉਹਦੇ 'ਚ ਤਾਂ ਟੀਚਰ ਨੇ ਆਰਟੀਕਲ ਲਿਖ ਦੇਣਾ, ਇਕੁਏਸ਼ਨਸ ਲਿਖ ਦੇਣੀਆਂ, ਉਸ ਆਰਟੀਕਲ ਨੂੰ ਐਕਸਪਲੇਨ ਕਰ ਦੇਣਾ, ਮੈਨੂੰ ਇੱਕ ਪੁਆਇੰਟ ਐਕਸਪਲੇਨ ਕਰਨਾ ਪੈਂਦਾ। ਤਾਂ ਹੋ ਸਕਦਾ ਹੈ ਕਿ ਤੁਹਾਨੂੰ ਕੋਈ ਪੁਆਇੰਟ ਸਮਝ ਨਾ ਆਵੇ, ਤੁਸੀਂ ਮੈਨੂੰ ਜ਼ਰੂਰ ਪੁੱਛ ਸਕਦੇ ਹੋ। ਇਸ ਤੋਂ ਬਾਅਦ ਅਸੀਂ ਸ਼ੁਰੂ ਕਰਾਂਗੇ ਕਿੰਗਡਮ ਮੋਨੀਰਾ, ਓਕੇ।